ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 11 ਅਗਸਤ 2017 27 ਸਾਵਨ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਟ੍ਰੀਮਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਸਰਦਾਰ ਕਪੂਰ ਸਿੰਘ ਜੀ ਉਹਨਾਂ ਦੀ 31ਵੀਂ ਬਰਸੀ ਹੈ 13 ਤਰੀਕ ਨੂੰ, ਬਟ ਅੱਜ ਆਪਾਂ ਡਿਸਕਸ ਕਰਾਂਗੇ ਕਿਉਂਕਿ ਸੰਡੇ ਬੰਦਾ ਹੈ 13 ਤਰੀਕ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਜਿਹੜੇ ਕਿ ਆਲਮੋਸਟ ਹੁਣ ਹਰ ਪ੍ਰੋਗਰਾਮ ਦੇ ਉੱਤੇ ਹੀ ਬਹੁਤ ਸਾਰੇ ਕਮੈਂਟ ਵੀ ਭੇਜਦੇ ਨੇ ਜੀ, ਔਰ ਪਰਸਨਲ ਕਾਲਸ ਵੀ ਹੁੰਦੀਆਂ। ਕਈ ਵਾਰ ਬਿਜ਼ੀ ਹੋਣ ਕਰਕੇ ਮੈਂ ਸਾਰੀਆਂ ਕਾਲਸ ਨਹੀਂ ਲੈ ਸਕਦਾ, ਪਰ ਇਸ ਸਾਰੇ ਨਾਲ ਸਾਨੂੰ ਹੌਸਲਾ ਹੁੰਦਾ ਹੈ ਕਿ ਜਿਹੜਾ ਕੰਮ ਟੀਵੀ 84 ਨੇ ਲਗਭਗ 5 ਸਾਲ ਪਹਿਲਾਂ ਡੀਸੈਮੀਨੇਸ਼ਨ ਆਫ ਇਨਫੋਰਮੇਸ਼ਨ ਜਾਂ ਸੱਚ ਤੇ ਕੱਚ ਦਾ ਨਿਤਾਰਾ ਔਰ ਸੱਚੋ ਸੱਚ ਦੀ ਗੱਲ, ਇਸ ਆਧਾਰ ਦੇ ਉੱਤੇ ਸ਼ੁਰੂਆਤ ਜਿਹਦੀ ਅਸੀਂ ਕੀਤੀ, ਅੱਜ ਰੱਬ ਦੀ ਕਿਰਪਾ ਦੇ ਨਾਲ ਅਸੀਂ ਕਾਫੀ ਪੁਲਾਂਘਾਂ ਪੁੱਟੀਆਂ ਨੇ ਔਰ ਸਾਡਾ ਇੱਕ ਵੱਡਾ ਦਾਇਰਾ ਕਾਰ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ। ਔਰ ਇਹ ਵੀ ਸਾਡੇ ਲਈ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਇਹਨਾਂ 32-33 ਸਾਲਾਂ 'ਚ ਮੂਵਮੈਂਟ ਦੇ ਪੀਰੀਅਡ 'ਚ ਜੀ ਜਿੰਨੀ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭਰਾ ਭੈਣਾਂ ਜਿਹੜੇ ਨੇ ਉਹ ਸਾਡੇ ਕੌਜ਼ ਦੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਜਿਹੜੀ ਇੱਕ ਸਾਂਝ ਵੀ ਬਣੀ ਹੈ। ਔਰ ਇਹ ਸਿਰਫ ਇੱਕ ਕੋਈ ਪੋਲੀਟੀਕਲ ਕੋਈ ਓਪਰਚੁਨਿਜ਼ਮ ਨਹੀਂ ਹੈ, ਇੱਕ ਡੀਪ ਅੰਡਰਸਟੈਂਡਿੰਗ ਵੀ ਡਿਵੈਲਪ ਹੋ ਰਹੀ ਹੈ ਬੀਤੇ ਦੇ ਇਤਿਹਾਸ ਦੀ, ਕੌਮਾਂ ਦੀ ਸਾਂਝਾਂ ਦੀ। ਕਿਉਂਕਿ ਬਹੁਤ ਵਾਰ ਜਿਹੜੀ ਸਾਈਕੋ ਹਿਸਟਰੀ ਹੁੰਦੀ ਹੈ, ਸੈਂਕੜੇ ਸਾਲਾਂ ਦੇ ਪਏ ਭੁਲੇਖੇ ਹੁੰਦੇ ਨੇ ਜਾਂ ਪਾਏ ਭੁਲੇਖੇ ਹੁੰਦੇ ਨੇ, ਉਹਨਾਂ ਨੂੰ ਦੂਰ ਡਾਇalogue ਨਾਲ ਕੀਤਾ ਜਾ ਸਕਦਾ ਹੈ। ਇਮਾਨਦਾਰੀ ਦੇ ਨਾਲ ਜੇ ਅਸੀਂ ਇਸ ਗੱਲ ਨੂੰ ਮੰਨਾਂਗੇ ਕਿ ਕਿੱਥੇ ਕੀ ਗਲਤ ਹੋਇਆ ਤੇ ਫਿਰ ਉਸ ਦੇ ਸੁਧਾਰ ਵੱਲ ਅਸੀਂ ਤੁਰਦੇ। ਔਰ ਬਹੁਤ ਵਾਰ ਅਸੀਂ ਜਿਹੜੇ ਬੀਤੇ ਦੇ ਉਹ ਲੋਕ ਜਿਨ੍ਹਾਂ ਨੇ ਰਾਜ ਸ਼ਕਤੀ ਜਾਂ ਹਕੂਮਤ ਦੇ ਵਿੱਚ ਆਪਣਾ ਜੱਫਾ ਕਾਇਮ ਕਰਨ ਦੇ ਲਈ ਮਜ਼ਹਬ ਨੂੰ ਤਲਵਾਰ ਜਾਂ ਢਾਲ ਦੇ ਤੌਰ ਤੇ ਵਰਤਿਆ, ਕਈ ਵਾਰ ਉਹਨਾਂ ਦੇ ਵਿਰਸੇ ਨੂੰ ਜਿਹੜਾ ਹੈ ਉਹ ਬਾਕੀ ਸਾਰਿਆਂ ਦੇ ਨਾਲ ਜੋੜ ਕੇ ਅਸੀਂ ਸਾਰਿਆਂ ਪ੍ਰਤੀ ਨਾ ਪੱਖੀ ਰਵੱਈਆ ਰੱਖਦੇ। ਪਰ ਮੈਂ ਸਮਝਦਾ ਵੀ ਇਹ ਇੱਕ ਮੇਰੇ ਲਈ, ਜੇ ਮੈਂ ਇਹ ਸਾਰੇ ਪੀਰੀਅਡ ਦੀਆਂ ਪ੍ਰਾਪਤੀਆਂ ਕਹਿਣੀਆਂ ਹੋਣ 5 ਸਾਲ ਦੀਆਂ, ਤੇ ਇਸ ਨੂੰ ਮੈਂ ਬਹੁਤ ਵੱਡੀ ਇੱਕ ਪ੍ਰਾਪਤੀ ਸਮਝਦਾ ਹਾਂ ਕਿ ਸਾਡੇ ਪਾਕਿਸਤਾਨੀ ਭਰਾ ਭੈਣਾਂ ਜਿਹੜੇ ਨੇ ਬੜੇ ਖੁੱਲੇ ਮਨ ਦੇ ਨਾਲ ਔਰ ਖੁੱਲੇ ਦਿਲ ਦੇ ਨਾਲ ਔਰ ਖੁੱਲੀਆਂ ਬਾਹਾਂ ਦੇ ਨਾਲ ਸਿੱਖ ਕੌਮ ਨੂੰ ਵੈਲਕਮ ਵੀ ਕਰ ਰਹੇ ਨੇ। ਖਾਲਿਸਤਾਨ ਪ੍ਰਤੀ ਉਹਨਾਂ ਦਾ ਹਮਦਰਦੀ ਭਰਿਆ ਸਪੋਰਟਿਵ ਵਰਤਾਰਾ ਵੀ ਹੈ ਔਰ ਇਸ ਦੇ ਨਾਲ ਨਾਲ ਉਹ ਸਿੱਖ ਇਤਿਹਾਸ ਨੂੰ ਔਰ ਜਿਹੜੇ ਸਿੱਖ ਹੀਰੋ ਨੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰ ਰਹੇ ਨੇ। ਔਰ ਇੱਕੋ ਸਾਂਝ ਜਿਹੜੀ ਕਿ ਬੇਸ਼ੱਕ 100 ਸਾਲ 18ਵੀਂ ਸਦੀ 'ਚ ਮੁਗਲ ਜਾਂ ਅਫਗਾਨ ਉਹਨਾਂ ਦੇ ਜ਼ੁਲਮਾਂ ਦੇ ਖਿਲਾਫ, ਔਰ ਉਹ ਕੋਈ ਇਹ ਨਹੀਂ ਸੀ ਕਿ ਵੀ ਕੋਈ ਇੱਕ ਮਜ਼ਹਬ ਦੇ ਉੱਤੇ ਹੀ ਉਹ ਜ਼ੁਲਮ ਫੋਕਸਡ ਸੀ। ਜੇ ਅਸੀਂ ਦੇਖਦੇ ਹਾਂ ਕਿ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਹੁਣ ਜੇ ਇਸ ਕਿਸਮ ਦੀਆਂ ਗੱਲਾਂ ਲੋਕਾਂ ਦੇ ਵਿੱਚ ਸਨ ਤੇ ਉਹ ਲੁਟੇਰਿਆਂ ਦੇ ਲਈ ਸਾਰੇ ਹੀ ਜਿਹੜੇ ਨੇ ਉਹ ਖਾਜਾ ਸੀ, ਜਿੱਥੋਂ ਜੋ ਮਿਲਿਆ ਉਹ ਲੈ ਜਾਂਦੇ ਸੀ। ਜੋ ਕੁੱਲ ਮਿਲਾ ਕੇ ਅਸੀਂ ਜਦੋਂ ਜਿਵੇਂ ਅਸੀਂ ਕਸ਼ਮੀਰ ਦਾ ਸੈਗਮੈਂਟ ਕੱਲ ਕੀਤਾ ਜਾਂ ਡਾਕਟਰ ਹਾਮਿਦ ਅੰਸਾਰੀ ਨੇ ਵਾਈਸ ਪ੍ਰੈਜ਼ੀਡੈਂਟ ਦੀ ਸਪੀਚ ਨੂੰ, ਤਾਂ ਸਾਡੇ ਬਹੁਤ ਸਾਰੇ ਭਰਾਵਾਂ ਭੈਣਾਂ ਨੇ, ਪਾਕਿਸਤਾਨੀ ਭਰਾਵਾਂ ਭੈਣਾਂ ਨੇ ਜਿਹੜੇ ਨੇ ਬੜੇ ਚੰਗੇ ਕੰਪਲੀਮੈਂਟ ਦਿੱਤੇ ਨੇ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ। ਦੂਸਰਾ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਪਾਕਿਸਤਾਨ ਆਜ਼ਾਦੀ ਦਿਨ ਦਾ ਜਿਹੜਾ ਸਮਾਗਮ 6 ਅਗਸਤ ਨੂੰ ਇੱਥੇ ਹਡਸਨ ਦਰਿਆ ਦੇ ਕੰਢੇ ਜਿਹੜਾ ਹੋਇਆ ਸੀ ਮੈਨਹਟਨ 'ਚ, ਉਸ ਨੂੰ ਸਾਡੀ ਟੀਮ ਨੇ ਕੈਮਰੇ ਦੇ ਵਿੱਚ ਬੰਦ ਕੀਤਾ ਔਰ ਕੱਲ ਸੈਟਰਡੇ 8 ਤੋਂ 10
ਵਾਲੇ ਸਲੋਟ 'ਚ ਉਹਨੂੰ ਦਿਖਾਇਆ ਜਾਏਗਾ ਔਰ ਉਹੀ ਪ੍ਰੋਗਰਾਮ ਜਿਹੜਾ 8 ਤੋਂ 10 ਫਿਰ ਰਿਪੀਟ ਹੋਏਗਾ ਸੰਡੇ ਜੀ। ਇਸੇ ਤਰ੍ਹਾਂ 15 ਅਗਸਤ ਜਿਹੜਾ ਕਿ ਭਾਰਤ ਦਾ ਅਖੌਤੀ ਆਜ਼ਾਦੀ ਦਿਵਸ ਸੋ ਕਾਲਡ ਜੀ, ਔਰ ਸਾਡੇ ਲਈ ਇਹ ਕਾਲਾ ਦਿਨ, ਗੁਲਾਮੀ ਦਾ ਦਿਨ, ਔਰ ਇਹਨੂੰ ਗੁਲਾਮੀ ਦੇ ਸੰਗਲ ਕੱਟਣ ਦੇ ਸੰਕਲਪ ਨੂੰ ਜਿਵੇਂ ਸਾਡੇ ਹਜ਼ਾਰਾਂ ਦੀ ਗਿਣਤੀ 'ਚ ਸਿੰਘਾਂ ਸਿੰਘਣੀਆਂ ਨੇ ਆਪਣੇ ਨਜ਼ਰਾਨੇ ਗੁਰੂ ਚਰਨਾਂ 'ਚ ਭੇਟ ਕਰਕੇ ਸਰੀਰਾਂ ਦੇ ਨਜ਼ਰਾਨੇ ਇਹ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਜੋ ਉਹਨਾਂ ਨੇ ਕੁਰਬਾਨੀ ਕੀਤੀ, ਉਸੇ ਲੈਗੇਸੀ ਨੂੰ ਅੱਗੇ ਤੋਰਦੇ ਅੱਜ 30 ਮਿਲੀਅਨ ਸਿੱਖ ਕੌਮ ਦਾ ਜਾਗਰੂਕ ਹਿੱਸਾ ਜਿਹੜਾ ਹੈ ਉਹ ਖਾਲਿਸਤਾਨ ਦੇ ਲਈ ਦ੍ਰਿੜ ਹੈ। ਔਰ ਖਾਲਿਸਤਾਨ ਫਰੀडम ਰੈਲੀ ਜਿਹੜੀ ਯੂਨਾਈਟਿਡ ਨੇਸ਼ਨਸ ਦੇ ਬਾਹਰ ਟਿਊਜ਼ਡੇ ਨੂੰ 11:30 ਦੇ ਕਰੀਬ ਇਹਦੀ ਸ਼ੁਰੂਆਤ ਹੋਏਗੀ ਜੀ, ਔਰ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਜਾਏਗਾ। ਸੋ ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਕਹਾਂਗੇ ਕਿ ਵੀ ਆਪਣੇ ਕੈਲੰਡਰ ਤੇ ਟਿਊਜ਼ਡੇ ਮਾਰਕ ਕਰ ਲਓ ਔਰ ਬੱਚਿਆਂ ਨੂੰ ਛੁੱਟੀ ਕਰਵਾਓ। ਵੈਸੇ ਸਕੂਲਾਂ 'ਚ ਛੁੱਟੀਆਂ ਚੱਲ ਰਹੀਆਂ ਜੀ, ਔਰ ਪਰਿਵਾਰਾਂ ਦੇ ਨਾਲ ਬਹੁਤ ਵਾਰ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਵੀ ਜਦੋਂ ਬੀਬੀਆਂ ਔਰ ਬੱਚੇ ਪ੍ਰੋਟੈਸਟ ਦਾ ਹਿੱਸਾ ਹੁੰਦੇ ਨੇ ਤਾਂ ਉਸ ਨੂੰ ਇੱਕ ਹਿਊਮੇਨ ਫੇਸ ਵੀ ਮਿਲਦਾ ਔਰ ਉਹਦੇ 'ਚ ਉਹ ਇੱਕ ਕਹਾਣੀ ਵੀ ਸਾਹਮਣੇ ਹੁੰਦੀ ਹੈ ਕਿ ਭਾਈ ਇਹ ਜਿਹੜੇ ਫੈਮਿਲੀਜ਼ ਵਾਲੇ ਲੋਕ ਨੇ ਔਰ ਪਰਿਵਾਰਾਂ 'ਚ ਜਿਹੜਾ ਹੈ ਉਹ ਜੇ ਲੈ ਕੇ ਆਏ ਨੇ ਤਾਂ ਇਹ ਕਿੰਨਾ ਇਹਨਾਂ ਨੇ ਸਫ਼ਰ ਕੀਤਾ ਜਾਂ ਕਰ ਰਹੇ ਨੇ ਕਿ ਉਹ ਸਪੀਡ ਨੂੰ ਇਹ ਦਰਸਾਉਣ ਦੇ ਲਈ ਆਏ ਨੇ। ਸੋ ਇਹ ਇੱਕ ਜ਼ਰੂਰੀ ਜਿਹੜੀ ਹੈ ਉਹ ਅਪੀਲ ਹੈ ਜੀ। ਦੂਸਰਾ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਜਦੋਂ ਅਸੀਂ 20ਵੀਂ ਸਦੀ ਦੀ ਹੁਣ ਤੱਕ ਕਿਉਂਕਿ ਅਸੀਂ 21ਵੀਂ ਸਦੀ 'ਚ ਜੀ ਦੋ ਸ਼ਖਸੀਅਤਾਂ, ਔਰ ਮੈਂ ਅਕਸਰ ਇਸ ਗੱਲ ਬਾਰੇ ਆਪਣੀਆਂ ਲਿਖਤਾਂ ਦੇ ਵਿੱਚ ਵੀ ਔਰ ਆਪਣੀ ਵਿਚਾਰ ਚਰਚਾ 'ਚ ਵੀ 1 to 1 ਵੀ ਹੁੰਦਾ ਕਿ 20ਵੀਂ ਸਦੀ ਦੇ ਪਹਿਲੇ ਹਿੱਸੇ ਦੀ ਜਿਹੜੀ ਸਾਖੀ, ਜਿਹੜੀ ਐਵੀਡੈਂਸ ਔਰ ਜਿਹੜੀ ਬ੍ਰਿਲੀਅੰਸ ਸਿੱਖ ਪੱਖ ਤੋਂ ਫਿਲਾਸਫੀ ਔਰ ਜਿਹੜਾ ਆਧਾਰ, ਕਿਉਂਕਿ ਅਸੀਂ ਦੇਖਦੇ ਹਾਂ ਕਿ 19ਵੀਂ ਸਦੀ ਦੇ ਦੂਸਰੇ ਅੱਧ 'ਚ ਜਿਹੜੀ ਸਾਡੀ ਸਰਕਾਰੇ ਖਾਲਸਾ ਜੀ ਉਹ ਹੈ ਉਹ ਪੰਜਾਬ ਜਿਹੜਾ ਉਹ ਅੰਗਰੇਜ਼ਾਂ ਦੇ ਪੇਟੇ ਪੈਂਦਾ ਔਰ ਦੂਸਰਾ ਹਿੱਸਾ ਜਿਹੜਾ 19ਵੀਂ ਸਦੀ ਦਾ ਉਹ ਭਾਈ ਮਹਾਰਾਜ ਸਿੰਘ ਦੇ ਨਾਲ ਸਟਰਗਲ ਤੋਂ ਸ਼ੁਰੂ ਹੋ ਕੇ ਕੂਕਾ ਲਹਿਰ 20ਵੀਂ ਸਦੀ 'ਚ ਉਸ ਲੈਗੇਸੀ ਦੇ ਵਿੱਚ ਗਦਰ ਪਾਰਟੀ ਔਰ ਫਿਰ ਅਕਾਲੀ ਲਹਿਰ ਔਰ ਫਿਰ ਸਾਡੇ ਇਸ ਪਾਸੇ ਜਿਹੜਾ ਹੈ ਉਹ ਸ਼ਹੀਦ ਭਗਤ ਸਿੰਘ ਔਰ ਉਹ ਸਾਰੀ ਗਦਰ ਪਾਰਟੀ ਦੇ ਨਾਲ ਜੁੜਿਆ ਹੋਇਆ ਗਦਰੀ ਬਾਬਿਆਂ ਦਾ ਇੱਕ ਆਪਣਾ ਯੋਗਦਾਨ ਹੈ, ਪਰ ਫਿਰ ਬੱਬਰ ਅਕਾਲੀ ਲਹਿਰ ਔਰ ਇਹਦੇ ਨਾਲ ਜੁੜਿਆ ਸ਼ਹੀਦ ਊਧਮ ਸਿੰਘ ਤੱਕ ਔਰ ਫਿਰ ਈਵਨ ਆਜ਼ਾਦ ਹਿੰਦ ਫੌਜ ਦਾ ਵੱਡਾ ਹਿੱਸਾ ਸਿੱਖ ਫੌਜੀਆਂ ਦਾ ਸੀ। ਹੁਣ ਜ਼ਾਹਰ ਹੈ ਕਿ ਇਹ ਸਾਰਾ ਜਿਹੜਾ 20ਵੀਂ ਸਦੀ ਜਦੋਂ ਸ਼ੁਰੂ ਹੁੰਦੀ ਹੈ ਔਰ ਜਦੋਂ ਅਸੀਂ 80% ਤੋਂ ਜ਼ਿਆਦਾ ਸਿੱਖਾਂ ਦੀ ਕੁਰਬਾਨੀਆਂ ਦੀ ਗੱਲ ਕਰਦੇ ਹਾਂ ਔਰ ਪੋਲੀਟੀਕਲ ਚੇਤਨਾ ਦੀ ਗੱਲ ਵੀ ਕਰਦੇ ਹਾਂ, ਸਿਆਸੀ ਅਵੇਅਰਨੈਸ ਦੀ ਗੱਲ ਵੀ ਕਰਦੇ ਹਾਂ, ਤੇ ਫਿਰ ਜਿੱਥੇ ਅਸੀਂ ਉਸ ਗਲੋਰੀਅਸ ਹਿਸਟਰੀ ਨੂੰ ਲਿਖਿਆ ਬਣਾਇਆ ਇਹ ਵੱਖਰੀ ਗੱਲ ਹੈ ਕਿ ਉਸ ਨੂੰ ਅੱਜ ਦੇ ਭਾਰਤੀ ਇਤਿਹਾਸਕਾਰਾਂ ਨੇ, ਉਹਨਾਂ ਦੇ ਲੀਡਰਾਂ ਨੇ ਬਿਲਕੁਲ ਗਾਇਬ ਕਰ ਦਿੱਤਾ। ਮੋਦੀ ਨੇ ਜਿਹਨੇ ਕਿ ਹੁਣ ਕੁਇਟ ਇੰਡੀਆ ਮੂਵਮੈਂਟ ਦੀ ਜੀ 75ਵੀਂ ਵਰ੍ਹੇਗੰਢ ਔਰ ਪਾਰਲੀਮੈਂਟ ਦੇ ਵਿੱਚ ਬੋਲਿਆ ਔਰ ਸਾਰੇ ਪਾਸੇ ਉਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਇਹ ਸਾਰੇ ਪੀਰੀਅਡ ਜਦੋਂ ਪਾਰਲੀਮੈਂਟ ਦੀ ਸਪੀਚ ਦੇ ਵਿੱਚ ਇੱਕ ਲਾਈਨ ਵੀ ਕਿਤੇ ਜਿਹੜੀ ਹੈ ਉਹ ਸਿੱਖਾਂ ਦੀ ਕੁਰਬਾਨੀ ਦੀ ਨਹੀਂ ਹੈ, ਜਾਂ ਜਿਹੜੀ ਕੌਮ ਨੇ 80% ਤੋਂ ਜ਼ਿਆਦਾ ਜਿਹੜੀਆਂ ਨੇ ਉਹ ਕੁਰਬਾਨੀਆਂ ਕੀਤੀਆਂ ਨੇ ਉਸ ਦਾ ਕਿਤੇ ਮੈਂਸ਼ਨ ਨਹੀਂ ਹੈ। ਹਾਲਾਂ ਹਕੀਕਤ ਇਹ ਹੈ ਕਿ ਕੁਇਟ ਇੰਡੀਆ ਮੂਵਮੈਂਟ ਬੁਰੀ ਤਰ੍ਹਾਂ ਫੇਲ ਹੋਈ ਜੀ। ਸਾਰੇ ਭਾਰਤ ਭਰ ਚੋਂ 30,000 ਤੋਂ ਵੀ ਘੱਟ ਲੋਕ ਗ੍ਰਿਫਤਾਰੀ ਲਈ ਅੱਗੇ ਆਏ। RSS ਜਿਹੜਾ ਜਿਨ੍ਹਾਂ ਦੀ ਇਹ ਨੁਮਾਇੰਦਗੀ ਕਰਦੇ ਨੇ ਮੋਦੀ ਐਂਡ ਕੰਪਨੀ, ਇਹ ਅੰਗਰੇਜ਼ਾਂ ਦੇ ਨਾਲ ਰਲੀ ਹੋਈ ਸੀ ਕਿਉਂਕਿ ਗਾਂਧੀ ਨੇ ਕੁਇਟ ਇੰਡੀਆ ਸ਼ੁਰੂ ਕੀਤਾ ਹੋਇਆ ਸੀ। ਇਹ ਸਾਵਰਕਰ ਜਿਹੜਾ ਉਹ ਅੰਗਰੇਜ਼ਾਂ ਦੇ ਨਾਲ ਕੋਆਪਰੇਟ ਕਰ ਰਿਹਾ ਸੀ ਇਹਨਾਂ ਦੇ ਸਾਰੇ, ਔਰ ਬਿਲਕੁਲ ਬੁਰੀ ਤਰ੍ਹਾਂ ਫਲॉप ਮੂਵਮੈਂਟ। ਇਸ ਦੇ ਉਲਟ ਸਿੱਖਾਂ ਨੇ ਇਸ ਡੇਂਜਰ ਨੂੰ ਸਮਝਦੇ ਆ ਕਿ ਇਹ ਜਿਹੜੀ ਨਾਜ਼ੀ ਆਈਡੀਓਲੋਜੀ ਹੈ, ਨਾਜ਼ੀ ਵਿਚਾਰਧਾਰਾ ਹੈ, ਜਿਹਦਾ ਸ਼ਿਕਾਰ ਅੱਧਾ ਯੂਰਪ ਹੋ ਚੁੱਕਿਆ ਹੈ ਕਿਉਂਕਿ ਜਾਪਾਨ ਨਾਜ਼ੀਆਂ ਦੇ ਨਾਲ ਜੁੜਿਆ ਹੋਇਆ ਸੀ। ਜਾਪਾਨੀਆਂ ਨੇ ਆ ਕੇ ਕਾਲਾ ਪਾਣੀ ਜਿਹਨੂੰ ਕਹਿੰਦੇ ਨੇ ਉੱਤੇ ਕਬਜ਼ਾ ਕਰ ਲਿਆ ਸੀ ਜੀ ਔਰ ਬਰਮਾ ਵੱਲ ਵੱਧ ਰਹੇ ਸੀ ਔਰ ਜਿਵੇਂ ਉਹ ਬਿਲਕੁਲ ਭਾਰਤ ਉਹਨਾਂ ਦੇ ਪੈਰਾਂ 'ਚ ਪਿਆ ਸੀ। ਭਾਵੇਂ ਸੁਭਾਸ਼ ਚੰਦਰ ਬੋਸ ਜਾਂ ਆਜ਼ਾਦ ਫੌਜ ਨੂੰ ਜਾਪਾਨੀਆਂ ਤੇ ਦੂਜਿਆਂ ਨਾਲ ਜੋੜ ਕੇ ਸੈਲੀਬ੍ਰੇਟ ਕੀਤਾ ਜਾਂਦਾ ਹੈ, ਉਹ ਉਹਨਾਂ ਦਾ ਇੱਕ ਵੱਖਰਾ ਚੈਪਟਰ ਹੈ ਕਿਉਂਕਿ ਜਿਹੜੇ ਬਹੁਤ ਸਾਰੇ ਫੌਜੀ ਆਜ਼ਾਦ ਫੌਜ ਦੇ ਆਏ ਜਿਹਨੇ ਜਨਰਲ ਮੋਹਨ ਸਿੰਘ ਨੇ ਫਾਊਂਡ ਕੀਤੀ, ਉਹ ਪ੍ਰਿਜ਼ਨਰ ਸਨ ਜਾਪਾਨੀਆਂ ਦੇ। ਸਿੰਗਾਪੁਰ ਦੇ ਵਿੱਚ
ਜਦੋਂ ਉਹਨਾਂ ਨੇ ਸਿੰਗਾਪੁਰ ਲਿਆ ਜਾਪਾਨੀਆਂ ਨੇ ਪਿੱਛੋਂ ਦੀ ਆ ਕੇ, ਇਹ ਸਾਰੇ ਪ੍ਰਿਜ਼ਨਰ ਆਫ ਵਾਰ ਸੀ ਔਰ ਇਹਨਾਂ ਚੋਂ ਹੀ ਉਹਨਾਂ ਨੇ ਜਨਰਲ ਮੋਹਨ ਸਿੰਘ ਨੇ ਪਹਿਲਾਂ ਆਜ਼ਾਦ ਹਿੰਦ ਫੌਜ ਕ੍ਰੀਏਟ ਕੀਤੀ। ਸੋ ਉਹਨਾਂ ਦਾ ਮਕਸਦ ਪਿਓਰ ਸੀ, ਬਟ ਇਵੈਂਚੁਅਲੀ ਜਦੋਂ ਅਸੀਂ ਦੇਖਦੇ ਹਾਂ ਕਿ ਜਾਪਾਨੀਆਂ ਦਾ ਕੀ ਰੋਲ ਰਿਹਾ ਔਰ ਕਾਲੇ ਪਾਣੀ ਜਿਹਨੂੰ ਅੰਡੇਮਾਨ ਨਿਕੋਬਾਰ ਕਹਿੰਦੇ ਨੇ ਉਹਦੇ ਗੁਰਦੁਆਰਿਆਂ ਨਾਲ ਉਹਨਾਂ ਨੇ ਕੀ ਸਲੂਕ ਕੀਤਾ, ਔਰ ਉੱਥੋਂ ਦੀ ਜਿਹੜੀ ਬੜੀ ਅੰਜੀਮ ਸ਼ਖਸੀਅਤ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਕਿ ਜਿਨ੍ਹਾਂ ਨੂੰ ਕਿਵੇਂ ਟੌਰਚਰ ਕਰਕੇ ਮਾਰਿਆ, ਸੋ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ ਦੇ ਵਿੱਚ ਸਿੱਖਾਂ ਨੇ ਇਹ ਸਮਝਦੇ ਆ ਇਸ ਨੂੰ ਕਿ ਬਈ ਨਾਜ਼ੀਆਂ ਦਾ ਕੀ ਰੋਲ ਹੋਏਗਾ, ਵੱਧ ਤੋਂ ਵੱਧ ਭਰਤੀ ਦਿੱਤੀ, ਪੰਜਾਬੀ ਮੁਸਲਮਾਨ ਵੀ ਅੱਗੇ ਆਏ ਔਰ ਇਹ ਜਿਹੜੀ ਵੱਡੀ ਕੰਟਰੀਬਿਊਸ਼ਨ ਸੀ ਕਿ ਗੁੱਡਵਿਲ ਸਿੱਖਾਂ ਦੇ ਲਈ ਪੈਦਾ ਵੀ ਹੋਈ ਕਿਉਂਕਿ ਬਹੁਤ ਜ਼ਿਆਦਾ ਕੁਰਬਾਨੀਆਂ ਹੋਈਆਂ। ਹੁਣ ਇੱਕ ਪਾਸੇ ਇਹ ਜਿਹੜੀ ਸਾਰੀ ਟੈਸਟੀਮਨੀ ਹੈ ਔਰ ਸੈਕੰਡ ਵਰਲਡ ਵਾਰ ਨੇ ਅੰਗਰੇਜ਼ਾਂ ਨੂੰ ਇੰਨਾ ਕਰਜ਼ਾਈ ਕਰ ਦਿੱਤਾ ਕਿ ਉਹ ਹੋਲਡ ਨਹੀਂ ਸੀ ਕਰ ਸਕਦੇ ਇੰਡੀਆ ਨੂੰ। ਉਸ ਤੋਂ ਬਾਅਦ ਇਹ ਨਹੀਂ ਹੈ ਕਿ ਕੋਈ ਗਾਂਧੀ ਜੰਮਿਆ ਜਾਂ ਕੋਈ ਹੋਰ ਹੋਇਆ ਤੇ ਭਾਰਤ ਆਜ਼ਾਦ ਹੋ ਗਿਆ। ਅਗਲੇ 10 ਸਾਲ 'ਚ ਅਸੀਂ ਦੇਖਦੇ ਹਾਂ 60 ਦੇ ਕਰੀਬ ਜਿਹੜੀਆਂ ਕਾਲੋਨੀ ਸੀ, ਬਸਤੀਆਂ ਸੀ, ਜਿਹਨੂੰ ਇਹ ਉਪਨਿਵੇਸ਼ ਕਹਿੰਦੇ ਨੇ, ਹਿੰਦੀ ਜਿਹੜੀ ਨਵੀਂ ਕ੍ਰੀਏਟ ਕੀਤੀ ਹੈ ਇਹਨਾਂ ਨੇ, ਉਹ 60 ਮੁਲਕ ਜਿਹੜੇ ਨੇ ਉਹ ਅੱਡ ਮੁਲਕ ਬਣੇ। ਔਰ ਅੱਜ ਵੀ ਜਦੋਂ ਇਹਨਾਂ ਦੀਆਂ ਕਾਮਨਵੈਲਥ ਗੇਮਸ ਹੁੰਦੀਆਂ ਉਹ ਸਾਰੀਆਂ ਬ੍ਰਿਟਿਸ਼ ਕਾਲੋਨੀਜ਼ ਹੀ ਸੀ ਜਿਹੜੀਆਂ ਉਹਨਾਂ ਨੇ ਅਗਲੇ 10-12 ਸਾਲ ਉਹ ਜਾਣ ਦਿੱਤੇ, ਕਿਉਂਕਿ ਨਾ ਉਹਨਾਂ ਦੀ ਲਾਇਲਟੀ ਦੇ ਕਾਊਂਟ ਹੋ ਸਕਦਾ ਸੀ, ਨਾ ਹੀ ਉਹਨਾਂ ਦੇ ਕੋਲ ਜਿਹੜਾ ਕੋਈ ਫਾਈਨੈਂਸ਼ੀਅਲ ਸੋਰਸ ਬਚੇ ਸੀ, ਇਹਨਾਂ ਕੋ ਡਰੇਨ ਆਊਟ ਹੋ ਗਏ ਸੀ ਇਕਨੋਮਿਕਲੀ ਵੀ ਔਰ ਅਦਰਵਾਈਜ਼ ਵੀ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਸਾਥੋਂ ਵਿਛੜਿਆਂ 31 ਸਾਲ ਹੋ ਗਏ ਨੇ, ਉਹ 13 ਅਗਸਤ 1986 ਨੂੰ ਗੁਰਪੁਰੀ ਜਿਹੜਾ ਉਹ ਸਿਧਾਏ ਔਰ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਔਰ ਉਹਨਾਂ ਦਾ ਬੇਸ਼ੱਕ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਜਾਂਦੇ ਨੇ, ਕੌਣ ਕਿਸੇ ਦਾ ਹਿਸਾਬ ਕਰਦਾ ਹੈ, ਕੌਣ ਕਿਸੇ ਨੂੰ ਪੁੱਛਦਾ ਹੈ, ਉਹ ਰੱਬ ਦੀ ਇੱਕ ਰਜ਼ਾ ਦੇ ਵਿੱਚ ਆਉਂਦੇ ਨੇ, ਆਵਣ ਜਾਣ ਇੱਕ ਖੇਲ ਬਣਾਇਆ। ਪਰ ਕੁਝ ਸ਼ਖਸੀਅਤਾਂ ਐਸੀਆਂ ਇਤਿਹਾਸ ਦੇ ਵਿੱਚ ਆਪਣੀ ਪੈੜ ਛੱਡਦੀਆਂ ਹੈ ਕਿ ਜਿਨ੍ਹਾਂ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਹਜ਼ਾरों ਸਾਲ ਨਰगिस अपनी बेनूरी पे रोती है, बड़ी मुश्किल से होता है चमन में दीदावर पैदा। और ये यूनिक शेयर है और ये कि कदे कदाई उस चमन दे विच वो दीदावर जिस नूं जेड़ा उस वक्त नूं जेड़ा वो चैलेंज करदा है, वक्त दे थपेड़ियां दी मार भी खांदा है, अपने आले दुआले दा भी वो देखदा है, उन्हां दा भी वो कर्स सहंदा है, लेकिन ਉਹ ਅਡਿੱਗ ਮਜ਼ਬੂਤੀ ਦੇ ਨਾਲ ਆਪਣੇ ਆਧਾਰ ਦੇ ਉੱਤੇ ਖਲੋਤਾ ਰਹਿੰਦਾ ਹੈ। ਔਰ ਸਰਦਾਰ ਕਪੂਰ ਸਿੰਘ ਕੋਈ ਛੋਟੀ ਸ਼ਖਸੀਅਤ ਨਹੀਂ ਨੇ ਜੀ। ਉਹਨਾਂ ਦਾ ਜੀਵਨ ਵੀ ਔਰ ਉਹਨਾਂ ਦਾ ਇਸ ਦੋਨੋਂ ਦੌਰ ਦੇ ਵਿੱਚ ਬ੍ਰਿਟਿਸ਼ ਰਾਜ ਦੇ ਵਿੱਚ ਔਰ ਜਿਹੜੀ ਟ੍ਰਾਂਜੀਸ਼ਨ ਹੋਈ ਹਿੰਦੂ ਕਾਂਗਰਸ ਦੇ ਹੱਥ 'ਚ ਇੰਡੀਆ ਹੈ, ਇਸ ਸਾਰੇ ਦੌਰ ਦੀ ਉਹ ਟੈਸਟੀਮਨੀ ਵੀ ਨੇ, ਉਹ ਐਵੀਡੈਂਸ ਵੀ ਨੇ, ਜਿਹਦੇ ਲਈ ਸ਼ਬਦ ਅਸੀਂ ਪੰਜਾਬੀ ਦੇ ਵਿੱਚ ਸ਼ਹਾਦਤ ਜਾਂ ਸਾਖੀ ਕਹਿੰਦੇ ਹੈ। ਇਸ ਦਾ ਮਤਲਬ ਐਵੀਡੈਂਸ ਹੁੰਦਾ ਹੈ। ਔਰ ਉਹਨਾਂ ਨੇ ਕੀ ਅਨੁਭਵ ਕੀਤਾ, ਕੀ ਉਹਨਾਂ ਨੇ ਦੇਖਿਆ ਅੰਦਰੂਨੀ ਤੌਰ ਤੇ, ਔਰ ਕਿਵੇਂ ਉਹਨਾਂ ਰਾਹੀਂ ਉਸ ਪੀਰੀਅਡ ਦੀ ਬ੍ਰਿਟਿਸ਼ ਹਕੂਮਤ ਨੇ ਵੀ, ਔਰ ਕਿਉਂਕਿ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਔਰ ਅਲਾਮਾ ਇਕਬਾਲ ਉਹਨਾਂ ਦੇ ਐਡਮਾਇਰਰ ਵੀ ਸਨ, ਉਹਨਾਂ ਦੇ ਨਜ਼ਦੀਕੀ ਵੀ ਸਨ, ਕਿ ਕਿਵੇਂ ਉਸ ਪੀਰੀਅਡ ਦੀ ਅਕਾਲੀ ਲੀਡਰਸ਼ਿਪ ਨੇ ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਔਰ ਇਹਨਾਂ ਤੋਂ ਇਲਾਵਾ ਜਿਹੜੇ ਦੂਜੇ ਤਾਂ ਪਹਿਲਾਂ ਹੀ ਕਾਂਗਰਸ ਦੇ ਖੈਮੇ 'ਚ ਸੀ, ਨਾਗੋ ਕੇ ਖੈਮਾ ਜੀ, ਉਹਨਾਂ ਸਾਰਿਆਂ ਤੱਕ ਉਹਨਾਂ ਨੇ ਕਿਵੇਂ 6 ਦੇ ਕਰੀਬ ਵਾਕਿਆਤ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਜੀਵਨ ਕਹਾਣੀ ਵੀ ਹੈ ਔਰ ਇਨਫੈਕਟ ਉਹ ਕੌਮ ਦੀ ਤਰਾਸਦੀ ਦੀ ਕਹਾਣੀ ਵੀ ਹੈ ਔਰ ਹਿਸਟਰੀ ਦੀ ਉਹ ਐਵੀਡੈਂਸ ਵੀ ਹੈ ਜਿਹਦਾ ਨਾਂ ਉਹਨਾਂ ਨੇ ਸਾਚੀ ਸਾਖੀ ਰੱਖਿਆ, ਟਰੂ ਐਵੀਡੈਂਸ। ਔਰ ਉਸ ਦੇ ਫਰੰਟ ਦੇ ਉੱਤੇ ਪੇਜ ਦੇ ਉੱਤੇ ਉਹਨਾਂ ਨੇ ਗੁਰਬਾਣੀ ਦੀ ਇਹ ਕੋਟ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਖੀ, ਕਿ ਬਈ ਇਹ ਸੱਚੀ ਕਹਾਣੀ, ਇਹ ਫਕੀਰਾਂ ਦੀ, ਸੰਤਾਂ ਦੀ, ਰੱਬ ਦੇ ਬੰਦਿਆਂ ਦੀ, ਕਿ ਇਹ ਜਿਹੜੀ ਕਹਾਣੀ ਹੈ ਇਹ ਸੱਚੀ ਕਹਾਣੀ ਹੈ ਔਰ ਮੈਂ ਉਹੀ ਬੋਲ ਰਿਹਾ ਜਿਹੜੀ ਕਿ ਮੈਂ ਅੱਖਾਂ ਦੇ ਨਾਲ ਵੇਖੀ ਹੈ। ਮਤਲਬ ਇਹ ਹੈ ਵੀ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਕਿ ਜਿਹਨੂੰ ਹੰਡਾਇਆ, ਜਦੋਂ ਤੁਸੀਂ ਜਿਸ ਚੀਜ਼ ਨੂੰ ਹੰਡਾਉਂਦੇ ਹੋ ਫਿਰ ਤੁਸੀਂ ਉਸ ਨੂੰ ਬਿਆਨ ਕਰਦੇ ਹੋ, ਉਹ ਤੁਹਾਡਾ ਸੱਚਾ ਸੁੱਚਾ ਬਿਆਨ ਹੁੰਦਾ ਹੈ। ਹੁਣ ਇਹ ਜਿਹੜਾ ਸਾਰਾ ਪਾਰਟ ਜਿਹੜਾ ਸਰਦਾਰ ਸਾਹਿਬ ਦੀ ਸ਼ਖਸੀਅਤ ਦਾ ਔਰ ਉਸ ਤੋਂ ਬਾਅਦ ਸੱਚੇ ਸਿੱਖ ਹੋਣ ਦੇ ਨਾਤੇ,
ਕੌਮ ਦੀ ਗੱਲ ਕਰਨ ਦੇ ਨਾਤੇ ਉਹਨਾਂ ਦੇ ਨਾਲ ਕੀ ਵਾਪਰਿਆ, ਇੱਕ ICS ਆਫੀਸਰ ਨੂੰ ਜਿਹੜੇ ਕਿ ਉਹ ਸਨ 13-14 ਸਾਲ ਦੀ ਨੌਕਰੀ ਜਿਨ੍ਹਾਂ ਦੀ, ਉਹਨਾਂ ਨੂੰ ਕਿਵੇਂ ਡਿਸਮਿਸ ਕੀਤਾ ਗਿਆ, ਉਹ ਗੱਲ ਸਾਰੀ ਉਹਨਾਂ ਦੇ ਜੀਵਨ ਦੇ ਉੱਤੇ, ਕਿਉਂਕਿ ਇਸ ਹਫਤੇ ਦਾ ਸਾਡਾ ਅਖੀਰਲਾ ਪ੍ਰੋਗਰਾਮ ਹੈ ਔਰ 13 ਅਗਸਤ ਦਾ ਦਿਨ ਜਿਵੇਂ ਤੁਸੀਂ ਕਿਹਾ ਸੰਡੇ ਨੂੰ, ਔਰ ਮੈਂ ਸਮਝਦਾ ਹਾਂ ਵੀ ਇਹ ਜਿਹਨਾਂ ਮੈਂ ਦੋ ਸ਼ਖਸੀਅਤਾਂ ਦੀ ਗੱਲ ਕੀਤੀ ਹੈ, ਸਰਦਾਰ ਕਪੂਰ ਸਿੰਘ ਉਹ ਫਾਊਂਡੇਸ਼ਨ ਰੱਖਦੇ ਨੇ ਇੰਟੈਲੈਕਚੁਅਲ ਲੈਵਲ ਦੇ ਉੱਤੇ ਵੀ, ਔਰ ਉਸ ਐਵੀਡੈਂਸ ਤੇ ਬੇਸਡ ਕਿ 20ਵੀਂ ਸਦੀ ਦੀ ਕਹਾਣੀ ਸਾਡੀ ਕਿਵੇਂ ਗੁਆਚੀ ਓਪਰਚੁਨਿਟੀ ਦੀ ਕਹਾਣੀ ਹੈ, ਇੱਕ ਓਪਰਚੁਨਿਟੀ ਨਹੀਂ, ਓਪਰਚੁਨਿਟੀਜ਼, ਮੌਕਿਆਂ ਦੀ ਕਹਾਣੀ ਹੈ, ਔਰ ਕਾਂਗਰਸ ਦੀ ਬਿਟਰੇਅਲ ਦੀ ਕਹਾਣੀ ਹੈ, ਗਾਂਧੀ ਨਹਿਰੂ ਦੀਆਂ ਵਾਅਦਾ ਖਿਲਾਫੀਆਂ ਦੀ ਕਹਾਣੀ ਹੈ, ਸਾਡੀ ਅਕਾਲੀ ਲੀਡਰਸ਼ਿਪ ਦੀ ਅਹਿਮਕਾਨਾ ਜਿਹੜੀ ਸੋਚ ਹੈ ਉਸ ਦੀ ਕਹਾਣੀ ਹੈ। ਔਰ ਇਸ ਸਾਰੇ ਚੋਂ ਉਹਨਾਂ ਨੇ ਸਰ ਕਪੂਰ ਸਿੰਘ ਨੇ ਜਿੱਥੇ ਪੋਸਟ 47 ਤੋਂ ਬਾਅਦ ਦੇ ਦੌਰ ਦਾ ਇਹਨਾਂ ਦਾ ਕੀ ਵਰਤਾਰਾ ਸੀ ਉਸ ਨੂੰ ਆਪਣੇ ਪਿੰਡੇ ਤੇ ਹੰਡਾਇਆ, ਫਿਰ ਐਜ਼ ਏ ਪਾਰਲੀਮੈਂਟੇਰੀਅਨ ਮੈਂਬਰ ਪਾਰਲੀਮੈਂਟ, ਐਜ਼ ਏ MLA ਉਹਨਾਂ ਨੇ ਉਸ ਨੂੰ ਚੈਲੰਜ ਵੀ ਕੀਤਾ, ਫਿਰ ਉਹਨਾਂ ਨੇ ਐਜ਼ ਏ ਆਥਰ ਜਿੱਥੇ ਸਾਚੀ ਸਾਖੀ ਜੇ ਨਾ ਹੁੰਦੀ ਤੇ ਫਿਰ ਸਾਡੇ ਕੋਲ ਖਾਲਿਸਤਾਨ ਦਾ ਕੇਸ ਜਿਸ ਦੇ ਉੱਤੇ ਫਿਰ ਦੂਸਰੀ ਪਰਸਨੈਲਿਟੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਪੰਥ ਨੇ 20ਵੀਂ ਸਦੀ ਦੇ ਮਹਾਨ ਸਿੱਖ ਦਾ ਜਿਹੜਾ ਉਹ ਖਿਤਾਬ ਦਿੱਤਾ, ਉਹਨਾਂ ਨੇ ਜਿਹੜੀ ਇਮਾਰਤ ਉਸਰਾਈ ਔਰ ਉਸ ਦੇ ਲਈ ਫਰਦਰ ਕੌਮ ਜਿਹੜੀ ਹੈ 1849 ਤੋਂ ਬਾਅਦ ਪਹਿਲੀ ਵਾਰ ਸੀ ਕਿ ਸੰਤ ਪਿੰਡਰਾਂ ਵਾਲਿਆਂ ਨੇ ਸਿੱਧੇ ਤੌਰ ਤੇ ਖਾਲਿਸਤਾਨ ਦੀ ਸਿਚੁਏਸ਼ਨ ਨੂੰ ਸਿਰਫ ਜ਼ਬਾਨੀ ਕਲਾਮੀ ਆਰਟੀਕੂਲੇਟ ਨਹੀਂ ਕੀਤਾ, ਉਸ ਦੇ ਵਿੱਚ ਫਿਰ ਉਹਨਾਂ ਨੇ ਆਪਣਾ ਖੂਨ ਵੀ ਡੋਲਿਆ ਔਰ ਉਹਨਾਂ ਦੀ ਕਮਾਂਡ ਥੱਲੇ ਹਜ਼ਾਰਾਂ ਯੋਧਿਆਂ ਨੇ ਕੌਮੀ ਕਰ ਖਾਲਿਸਤਾਨ ਦੀ ਉਸਾਰੀ ਲਈ 84 ਤੋਂ ਬਾਅਦ ਲਗਾਤਾਰ ਉਸ ਸੰਘਰਸ਼ ਨੂੰ ਜਾਰੀ ਰੱਖਿਆ ਔਰ ਜਿਹੜਾ ਅੱਜ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਜਾਰੀ ਹੈ। ਸੋ ਇਹ ਉਹਨਾਂ ਦੇ ਜੀਵਨ ਬਾਰੇ ਹੋਰ ਫੋਕਸਡ ਗੱਲ ਕਰਨ ਤੋਂ ਪਹਿਲਾਂ ਮੈਂ ਸਾਡੇ ਇੱਕ ਐਡਮਾਇਰਰ ਨੇ ਔਰ ਵਿਊਅਰ ਨੇ TV 84 ਦੇ, ਉਹਨਾਂ ਦੇ ਬਜ਼ੁਰਗ ਵੀ ਔਰ ਇੰਗਲੈਂਡ 'ਚ ਬੈਠੇ ਸਰਦਾਰ ਸੁਖਦੀਪ ਸਿੰਘ ਰੰਧਾਵਾ, ਉਹਨਾਂ ਦੀ ਇੱਕ ਈਮੇਲ ਜਿਹੜੀ ਪਿਛਲੇ ਹਫਤੇ ਆਈ, ਕਿਉਂਕਿ ਅਸੀਂ ਵੈਸੇ ਵੀ ਇਹ ਜਿਹੜਾ 2 ਮਾਰਚ ਹੁੰਦਾ ਜਾਂ 13 ਅਗਸਤ ਹੈ ਅਸੀਂ ਜ਼ਰੂਰ ਗੱਲ ਕਰਦੇ ਹਾਂ, ਭਾਵੇਂ ਬਹੁਤ ਸਾਰੀਆਂ ਚੀਜ਼ਾਂ ਰਿਪੀਟ ਹੁੰਦੀਆਂ ਨੇ, ਪਰ ਇਹ ਅਹਿਮੀਅਤ ਵਾਲੀ ਗੱਲ ਹੈ ਕਿ ਸਰਦਾਰ ਕਪੂਰ ਸਿੰਘ ਵਰਗੀ ਸ਼ਖਸੀਅਤ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ, ਇਹਨਾਂ ਬਾਰੇ ਅਸੀਂ ਜਿੰਨੇ ਵੀ ਪ੍ਰੋਗਰਾਮ ਕਰੀਏ, ਜਿੰਨੀਆਂ ਵੀ ਲਿਖਤਾਂ ਹੋਣ ਜਾਂ ਜਿੰਨੀ ਚਰਚਾ ਹੋਏ, ਕਿਉਂਕਿ ਉਹਨਾਂ ਦੀ ਸਰ ਕਪੂਰ ਸਿੰਘ ਦੀ ਸਿਚੁਏਸ਼ਨ ਔਰ ਖਾਸ ਤੌਰ ਤੇ ਸਾਚੀ ਸਾਖੀ ਦੀ ਐਵੀਡੈਂਸ ਉਹਨੂੰ ਸਮਝੇ ਬਿਨਾਂ ਸਾਨੂੰ ਬਿਟਰੇਅਲਸ ਦੀ ਗਦਾਰੀਆਂ ਦੀ ਕਹਾਣੀ ਸਮਝ ਨਹੀਂ ਆ ਸਕਦੀ ਤੇ ਪਿੰਡਾਂ ਵਾਲਿਆਂ ਚੋਂ ਫਿਰ ਉਹ ਐਕਟਿਵਿਜ਼ਮ ਨਿਕਲਦਾ ਹੈ ਜਿਹਦੇ ਰਾਹੀਂ ਗੱਲ ਜਿਹੜੀ ਹੈ ਉਹ ਆਪਣੇ ਮੰਤਕੀ ਅੰਜਾਮ ਤੱਕ ਪਹੁੰਚਾਉਣ ਦੀ ਜਿਹੜੀ ਸਪਿਰਿਟ ਹੈ ਉਸ ਦੇ ਨਾਲ ਅਸੀਂ ਖਲੋਂਦੇ। ਸੋ ਇਹਨਾਂ ਦੀ ਜਿਹੜੀ ਲਿਖਤ ਹੈ ਮੈਂ ਉਹ ਸਾਂਝੀ ਕਰਨਾ ਚਾਹੁੰਦਾ। ਸੁਖਦੀਪ ਸਿੰਘ ਰੰਧਾਵਾ ਜੀ ਦੀ, ਲੰਡਨ UK ਤੋਂ ਇਹਨਾਂ ਨੇ ਲਿਖਿਆ। ਇਹ ਲਿਖਦੇ ਨੇ, ਸਤਿਕਾਰਯੋਗ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I pray you and all the team at TV 84 are well. Me and the rest of the Randhawa family recently enjoyed the analysis you gave of Maharaja Ranjit Singh and the Sikh Raj during his tenure. ਕਿ ਸਾਰੇ TV 84 ਦੀ ਟੀਮ ਨੂੰ ਉਹਨਾਂ ਨੇ ਸ਼ੁਭ ਇੱਛਾਵਾਂ ਦਿੱਤੀਆਂ ਨੇ ਔਰ ਨਾਲ ਹੀ ਉਹਨਾਂ ਨੇ ਇਸ ਗੱਲ ਦੀ ਕਿਹਾ ਕਿ ਵੀ ਅਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਔਰ ਉਹਨਾਂ ਦੇ ਸਿੱਖ ਰਾਜ ਬਾਰੇ ਜਿਹੜਾ ਪੜਚੋਲਾਤਮਕ ਪ੍ਰੋਗਰਾਮ ਕੀਤਾ ਉਹਨਾਂ ਨੇ ਪਸੰਦ ਕੀਤਾ। The question I wish to raise is about the enlightened Sikh philosopher ਸਰਦਾਰ ਕਪੂਰ ਸਿੰਘ, ਕਿ ਮੈਂ ਸਰਦਾਰ ਕਪੂਰ ਸਿੰਘ ਜਿਹੜੇ ਕਿ ਬੜੇ ਵਿਦਵਾਨ ਫਿਲਾਸਫਰ ਸਨ, ਉਹਨਾਂ ਦਾ ਜਿਹੜਾ ਮੈਂ ਉਹਨਾਂ ਬਾਰੇ ਗੱਲ ਕਰਨੀ ਚਾਹੁੰਦਾ ਜੀ। His birthday is fast approaching on 13th August and it is sad to see the youth of today, not just those in Punjab but those with a western education in the western world and so-called more developed thought to be aware of birthdays of Sadh Sant who have helped not even an iota in Punjab's issues or freedom and just created government affiliated deras। ਕਿ ਵੀ 13 ਅਗਸਤ ਨੂੰ ਸਰ ਕਪੂਰ ਸਿੰਘ ਜੀ ਦੀ ਬਰਸੀ ਆ ਰਹੀ ਹੈ ਔਰ ਉਹ ਕਹਿੰਦੇ ਨੇ ਵੀ ਇਸ ਗੱਲ ਦਾ ਦੁੱਖ ਹੈ ਕਿ ਸਿੱਖ ਨੌਜਵਾਨੀ ਨੂੰ ਨਾ ਸਿਰਫ ਉਹ ਜਿਹੜੇ ਪੰਜਾਬ 'ਚ ਨੇ ਜਾਂ ਪੰਜਾਬ 'ਚੋਂ ਆਏ ਨੇ, ਪਰ ਜਿਹੜੇ ਪੱਛਮ ਦੇ ਵਿੱਚ ਜਿਹੜਾ ਮਗਰਬ ਦੇ ਵਿੱਚ ਜਿਨ੍ਹਾਂ ਦੀ ਐਜੂਕੇਸ਼ਨ ਹੈ ਔਰ ਇੱਥੇ ਜਿਸ ਨੂੰ ਕਿਹਾ ਜਾਂਦਾ ਹੈ ਕਿ ਵੀ ਬੜਾ ਵਿਕਸਿਤ ਉਹਨਾਂ ਦਾ ਖਿਆਲ ਹੈ ਕਿ ਵੀ ਉਹ ਸਾਧਾ ਸੰਤਾਂ ਦੀਆਂ ਬਰਸੀਆਂ ਬਾਰੇ ਤਾਂ ਜਾਣੂ ਹੁੰਦੇ ਨੇ ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਜਾਂ ਪੰਜਾਬ ਦੇ ਕਿਸੇ ਮੁੱਦੇ ਤੇ ਕੋਈ ਕੰਟਰੀਬਿਊਟ ਨਹੀਂ ਕੀਤਾ, ਪਰ
ਔਰ ਜਿਹੜਾ ਉਹਨਾਂ ਦੀ ਜਿਹੜੀ ਉਹ ਜਿਨ੍ਹਾਂ ਦੀ ਸਾਧਾਂ ਸੰਤਾਂ ਦੀ ਇਹ ਯਾਦ ਕਰਦੇ ਨੇ, ਉਹ ਤਾਂ ਸਰਕਾਰ ਨੇ ਇਹਨਾਂ ਦੇ ਡੇਰੇ ਜਿਹੜੇ ਨੇ ਉਹ ਬਣਾ ਕੇ ਇਹਨਾਂ ਨੂੰ ਸਥਾਪਿਤ ਕੀਤਾ ਹੈ। ਬਟ ਹਾਊਐਵਰ ਵੈਨ ਇਟ ਕਮਸ ਟੂ ਸਮਨ ਲਾਈਕ ਸਰਦਾਰ ਸਾਹਿਬ, ਮੈਨੀ ਆਫ ਦਿਸ ਯੰਗ ਜਨਰੇਸ਼ਨ ਡੋਂਟ ਈਵਨ ਨੋ ਸੱਚ ਏ ਮੈਨ ਐਗਜ਼ਿਸਟਡ। ਕਿ ਵੀ ਜਦੋਂ ਸਰ ਕਪੂਰ ਸਿੰਘ ਵਰਗੇ ਵਿਦਵਾਨ ਦੀ ਗੱਲ ਆਉਂਦੀ ਹੈ, ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਵੀ ਕਦੇ ਇਸ ਕਿਸਮ ਦਾ ਬੰਦਾ ਵੀ ਇਸ ਧਰਤੀ ਤੇ ਵਿਚਰਿਆ ਸੀ। ਯੂ ਆਈ ਐਮ ਸ਼ੋਰ ਨੋ ਮੋਰ ਦੈਨ ਮੀ, ਹੀ ਆਫ ਕੋਰਸ ਵਾਜ਼ ਏ ਨਾਰਮਲ ਲੁਕਿੰਗ ਚੈਪ ਐਂਡ ਡਿਡਨਟ ਲਿਵ ਲਾਈਕ ਏ ਨਿਊ ਏਜ ਸਨ। ਕਿ ਵੀ ਉਹ ਇੱਕ ਸਧਾਰਨ ਦਿੱਖ ਵਾਲੇ ਗੁਰਸਿੱਖ ਸਨ, ਔਰ ਉਹ ਜਿਵੇਂ ਅੱਜ ਬੜੇ ਸ਼ਾਨੋ ਸ਼ੌਕਤ ਨਾਲ ਜਿਵੇਂ ਅੱਜ ਦੇ ਸੰਤ ਰਹਿੰਦੇ ਨੇ, ਉਹ ਉਵੇਂ ਨਹੀਂ ਸੀ, ਪਰ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਬਹੁਤ ਵੱਡੀ ਹੈ, ਇਹ ਕਹਿਣਾ ਚਾਹੁੰਦੇ ਨੇ। ਜੀ ਐਜ਼ ਹੀ ਹੈਲਪਡ ਦ ਅਕਾਲੀਜ਼ ਰੀਸੈਟ ਦੈਮਸੈਲਵਸ ਇਨ ਪੰਜਾਬ ਆਫਟਰ देयर ਪਾਸਟ ਫੇਲਿਅਰਸ, ਹੀ ਇਜ਼ ਆਫ ਕੋਰਸ ਏ ਮੇਨ ਪਾਇਨੀਅਰ ਆਫ ਦ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ। ਕਿ ਬਈ ਅਕਾਲੀਆਂ ਦੀਆਂ ਗਲਤੀਆਂ ਜਾਂ ਉਹਨਾਂ ਦੀਆਂ ਨਾਕਾਮਯਾਬੀਆਂ ਦੇ ਬਾਵਜੂਦ ਉਹਨਾਂ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਲਿਖ ਕੇ ਅਕਾਲੀਆਂ ਨੂੰ ਵਾਪਸ ਪਟੜੀ ਦੇ ਉੱਤੇ ਲਿਆਂਦਾ। I kindly ask you to elaborate on his life and achievements। ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਉਹਨਾਂ ਦੀ ਜ਼ਿੰਦਗੀ ਔਰ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ, and would like to ask you how relevant do you feel the Anandpur Sahib resolution is today। ਔਰ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਵੀ ਤੁਸੀਂ ਦੱਸੋ ਕਿ ਅਨੰਦਪੁਰ ਸਾਹਿਬ ਦਾ ਮਤਾ ਅੱਜ ਦੇ ਕੰਟੈਕਸਟ ਦੇ ਵਿੱਚ ਕਿੰਨਾ ਪ੍ਰਸੰਗਕ ਹੈ, ਕਿੰਨਾ ਰੈਲੇਵੈਂਟ ਹੈ। Is it of the same relevance as it was in the 70s, 80s, or less or more important now than ever? ਕਿ ਜਿਵੇਂ 70ਵੇਂ ਤੇ 80ਵੇਂ ਦੇ ਵਿੱਚ ਦੀ ਅਹਿਮੀਅਤ ਸੀ, ਕਿ ਅੱਜ ਇਹ ਉਹਦੇ ਨਾਲੋਂ ਜ਼ਿਆਦਾ ਇਹਦੀ ਲੋੜ ਹੈ ਜਾਂ ਇਹਦੇ ਨਾਲੋਂ ਘੱਟ ਹੈ। ਧੰਨਵਾਦ ਜੀ। ਵਿਸ਼ਿੰਗ ਯੂ ਐਂਡ ਆਲ at TV84 the best for the future and thank you for all your seva up until now। ਗੁਰੂ ਰਾਖਾ ਔਰ ਸੁਖਦੀਪ ਸਿੰਘ ਰੰਧਾਵਾ। ਸੋ ਉਹਨਾਂ ਨੇ ਸਾਰੀ TV84 ਲਈ ਸ਼ੁਭਕਾਮਨਾਵਾਂ ਦਿੱਤੀਆਂ ਨੇ, ਔਰ ਉਹਨਾਂ ਨੇ ਜਿਹੜਾ ਸਾਡੇ ਲਈ ਕਾਮਨਾ ਕੀਤੀ ਹੈ ਕਿ ਭਾਈ ਅਸੀਂ ਕੋਈ ਸੇਵਾ ਕਰ ਰਹੇ ਹਾਂ। ਮੈਂ ਸਮਝਦਾ ਵੀ ਜਿਵੇਂ ਰੰਧਾਵਾ ਸਾਹਿਬ ਨੇ ਕਿਹਾ, ਇਹ ਸਰ ਕਪੂਰ ਸਿੰਘ ਵਰਗੇ ਫਕੀਰ ਨੇ ਜਿਨ੍ਹਾਂ ਨੇ ਸੱਚੀ ਫਕੀਰੀ ਕਮਾਈ ਹੈ, ਬਿਲਕੁਲ, ਜਿਨ੍ਹਾਂ ਨੇ ਸਿੱਖੀ ਕਮਾਈ ਹੈ। ਨੋ ਡਾਊਟ। ਕਿਉਂਕਿ ਤੁਸੀਂ ਚੰਗੇ ਮਾਹੌਲ 'ਚ ਚੰਗੇ ਥਾਂ ਤੇ ਬੈਠ ਕੇ ਇਹਨਾਂ ਚੰਗੇ ਮੁਲਕਾਂ 'ਚ ਰਹਿੰਦੇ ਆ, ਜੇ ਅਸੀਂ ਕੋਈ ਗੱਲ ਕਰਦੇ ਹਾਂ ਤੇ ਇਹ ਨਹੀਂ, ਗੱਲ ਇਹ ਹੈ ਕਿ ਜਦੋਂ ਤੁਸੀਂ ਸਭ ਤੋਂ ਵਰਸਟ ਤੁਹਾਡੇ ਹਾਲਾਤ ਹੁੰਦੇ ਨੇ ਜੀ, ਉਹਨਾਂ 'ਚ ਵੀ ਤੁਹਾਡਾ ਆਰਥਿਕ ਸਾਧਨ ਵੀ ਖੋਹ ਲਿਆ ਜਾਂਦਾ, ਤੁਹਾਡੇ ਆਪਣੇ ਵੀ ਤੁਹਾਡੇ ਵੈਰੀ ਹੁੰਦੇ ਨੇ, ਜਿਨ੍ਹਾਂ ਦੇ ਲਈ ਤੁਸੀਂ ਖਲੋਤੇ ਹੁੰਦੇ ਹੋ ਉਹ ਤੁਹਾਡੀ ਗੱਲ ਨੂੰ ਜਾਂ ਸਮਝਣ ਤੋਂ ਇਨਕਾਰੀ ਹੁੰਦੇ ਨੇ, ਜਾਂ ਸਮਝ ਕੇ ਵੀ ਸਮਝਣਾ ਨਹੀਂ ਚਾਹੁੰਦੇ, ਕਿਉਂਕਿ ਉਸ ਦੇ ਕਨਸੀਕੁਐਂਸਿਸ ਜਾਂ ਉਸ ਦੇ ਉਹ ਜਿਹੜੇ ਨੇ ਖਮਿਆਜ਼ੇ ਨਹੀਂ ਭੁਗਤਣੇ ਚਾਹੁੰਦੇ। ਤੇ ਉਦੋਂ ਵੀ ਕਦਮ ਸਾਬਤ ਰੱਖਣਾ, ਉਦੋਂ ਵੀ ਇਹ ਸਿੱਖੀ ਸਿਦਕ ਨਿਭਾਉਣਾ ਇਹ ਸੌਖਾ ਨਹੀਂ। ਇਹ ਗੱਲ ਬਿਲਕੁਲ ਠੀਕ ਹੈ। ਮੈਂ ਸਰ ਕਪੂਰ ਸਿੰਘ ਹੋਰਾਂ ਦੇ ਨਾਲ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਹਨਾਂ ਨਾਲ ਸਾਡੀਆਂ ਪਰਿਵਾਰਕ ਸਾਂਝਾਂ ਵੀ ਰਹੀਆਂ। ਮੈਂ ਭਾਵੇਂ ਛੋਟਾ ਸਾਂ ਜਦੋਂ ਕਿ ਇਹ ਸਾਰੇ ਨੂੰ ਉਹਨਾਂ ਦੀ ਖਤੋ ਖਤਾਵਤ ਸਾਡੇ ਪਿਤਾ ਜੀ ਦੇ ਨਾਲ ਔਰ ਉਸ ਸਾਰੇ ਨੂੰ, ਪਰ ਫਿਰ ਉਹਨਾਂ ਦੇ ਨਾਲ ਮਿਲਣ ਦਾ ਮੌਕਾ 84 ਤੋਂ ਬਾਅਦ ਹੀ ਬਣਿਆ, ਜਦੋਂ ਕਿ ਉਹ ਭਾਵੇਂ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਸਨ। ਆਪਣੇ ਭਰਾ ਗੰਗਾ ਸਿੰਘ ਕੋਲ ਜਗਰਾਵਾਂ ਦੇ ਨੇੜੇ ਨੁੱਕਰ ਤੇ ਉਹਨਾਂ ਦਾ ਘਰ ਜਿਹੜਾ 3 ਜਾਮਨ ਉਹਨਾਂ ਦੇ ਘਰ ਦਾ ਨਾਂ ਸੀ, ਉਹਦੇ 'ਚ ਸਨ। ਉੱਥੇ ਫਿਰ ਕਪਲ ਆਫ ਟਾਈਮ ਜਿਹਨੂੰ ਤੁਸੀਂ ਅੰਗਰੇਜ਼ੀ 'ਚ ਕਹਿੰਦੇ ਹੋ, ਕਈ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਔਰ ਉਹਨਾਂ ਤੋਂ ਕਿਉਂਕਿ ਬਹੁਤ ਕੁਛ ਉਹਨਾਂ ਦਾ ਮੈਂ ਪੜ੍ਹਿਆ ਵੀ ਹੋਇਆ ਸੀ, ਉਹਨਾਂ ਦੀਆਂ ਲਿਖਤਾਂ, ਔਰ ਉਹਨਾਂ ਦੇ ਨਾਲ ਇੱਕ ਜਜ਼ਬਾਤੀ ਸਾਂਝ ਵੀ ਮਹਿਸੂਸ ਕੀਤੀ ਜੀ। ਔਰ ਕਿਉਂਕਿ 84 ਤੋਂ ਬਾਅਦ ਜ਼ਾਹਰ ਹੈ ਕਿ ਅਸੀਂ ਵੀ ਇਹੀ ਲਾਈਨ ਲਈ ਜਿਹੜੀ ਕਿ ਇਵੈਂਚੁਅਲੀ ਇਹੀ ਸੀ ਕਿ ਭਾਈ ਹੁਣ ਇਸ ਨੇਸ਼ਨ ਦੇ ਨਾਲ ਜਿਹੜਾ ਉਹ ਸਿੱਖ ਨਹੀਂ ਰਹਿ ਸਕਦੇ, ਔਰ ਆਜ਼ਾਦ ਘਰ ਖਾਲਿਸਤਾਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਸੋ ਕੁੱਲ ਮਿਲਾ ਕੇ ਮੇਰੇ ਲਈ ਜਦੋਂ ਮੈਂ ਸਰ ਕਪੂਰ ਸਿੰਘ ਹੋਰਾਂ ਦਾ ਜ਼ਿਕਰ ਕਰਦਾ ਤੇ ਉਹ ਮੇਰੇ ਲਈ ਉਹ ਪ੍ਰੇਰਨਾ ਵੀ ਨੇ ਕਿ ਜਿਨ੍ਹਾਂ ਦੇ ਸਕੂਲ ਆਫ ਥਾਟ ਨੂੰ ਜਾਂ ਜਿਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਦਿਆਂ ਅਸੀਂ ਗਰੋ ਹੋਏ, ਜਿਨ੍ਹਾਂ ਨੇ ਡੂੰਘਾ ਪ੍ਰਭਾਵ ਛੱਡਿਆ। ਔਰ ਜ਼ਾਹਰ ਹੈ ਕਿ ਸੰਤ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਸ਼ਾਇਦ ਅਸੀਂ ਨਾ ਪਛਾਣ ਸਕਦੇ ਜਾਂ ਉਸ ਦੇ ਨਾਲ ਵਾਸਤਾ ਨਾ ਹੁੰਦੇ ਉਸ ਅੰਦਾਜ਼ ਦੇ ਵਿੱਚ, ਜੇ ਸਰ ਕਪੂਰ ਸਿੰਘ ਹੋਰਾਂ ਦੀਆਂ ਉਹ ਜਿਹੜੀਆਂ ਸਾਰੀਆਂ ਲਿਖਤਾਂ ਨੇ ਜਾਂ ਜਿਸ ਕਿਸਮ ਦਾ ਉਹਨਾਂ ਨੇ ਇੱਕ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕੀਤਾ, ਉਹਦੀ ਬੈਕਗਰਾਉਂਡ
ਮਾਈਂਡ ਦੇ ਵਿੱਚ ਨਾ ਹੁੰਦੀ। ਜੀ ਸੋ ਮੇਰੇ ਲਈ ਇਹ ਦੋਨੋਂ ਹੀ ਜਿਹੜੀਆਂ ਨੇ ਸ਼ਖਸੀਅਤਾਂ ਇਹ ਬੜੀਆਂ ਮੁਕੱਦਸ ਨੇ। ਔਰ ਸਾਡੇ ਮਿੱਤਰ ਮੌਂਟਰੀਆਲ ਤੋਂ ਪ੍ਰਭ ਸਰਵਨ ਸਿੰਘ, ਮਨਵੀਰ ਸਿੰਘ, ਇਹ ਸਾਰੇ ਜਦੋਂ ਅੱਜ ਤੋਂ 2 ਸਾਲ ਪਹਿਲਾਂ ਸਾਨੂੰ ਪਹਿਲੀ ਵਾਰ ਇੱਥੇ ਮਿਲਣ ਆਏ ਨਿਊਯਾਰਕ 'ਚ, ਤੇ ਉਹਨਾਂ ਨੇ ਇੱਕ ਵੱਡੀ ਪਿਕਚਰ ਜਿਹੜੀ ਹੈ ਉਹ ਫਰੇਮ ਕਰਾ ਕੇ ਦਿੱਤੀ। ਕਿਉਂਕਿ ਸੰਤ ਪਿੰਡਰਾਂ ਵਾਲਿਆਂ ਨੂੰ ਸ਼ਹੀਦ ਭਾਈ ਅਮਰੀਕ ਸਿੰਘ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਅੰਮ੍ਰਿਤਸਰ ਲੈ ਆਏ ਸਨ। ਗੁਰੂ ਨਾਨਕ ਨਿਵਾਸ ਸੰਤ ਪਿੰਡਰਾਂ ਵਾਲਿਆਂ ਔਰ ਸਰਦਾਰ ਕਪੂਰ ਸਿੰਘ ਹੋਰਾਂ ਦੀ ਮੁਲਾਕਾਤ ਵੀ ਹੋਈ। ਸੋ ਉਹਨਾਂ ਦੀ ਉਹ ਟੂਗੈਦਰ ਦੀ ਵਾਲੀ ਜਿਹੜੀ ਫੋਟੋ ਆ, ਜੇ ਮੇਰੇ ਕਮਰੇ 'ਚ ਕੋਈ ਫੋਟੋ ਲੱਗੀ ਹੋਈ ਹੈ, ਕਿਉਂਕਿ ਮੈਂ ਫੋਟੋ ਕਲਚਰ 'ਚ ਯਕੀਨ ਨਹੀਂ ਕਰਦਾ, ਤੇ ਉਹ ਉਹਨਾਂ ਦੋਨਾਂ ਸ਼ਖਸੀਅਤਾਂ ਦੀ ਹੈ ਜਦੋਂ ਕਿ ਉਹ ਆਮੋ ਸਾਹਮਣੇ ਗੱਲਬਾਤ ਕਰ ਰਹੇ ਨੇ। ਔਰ ਮੌਂਟਰੀਆਲ ਦੇ ਵੀਰਾਂ ਨੇ ਸਾਨੂੰ ਜਿਹੜੀ ਹੈ ਉਹ ਪ੍ਰੈਜ਼ੈਂਟ ਕੀਤੀ ਹੈ। ਸੋ ਮੈਂ ਸਮਝਦਾ ਹਾਂ ਕਿ ਇਹ ਪਾਰਟ ਸਾਡੀ ਯੰਗਰ ਜਨਰੇਸ਼ਨ, ਜਿਨ੍ਹਾਂ ਦਾ ਜ਼ਿਕਰ ਰੰਧਾਵਾ ਜੀ ਨੇ ਕੀਤਾ, ਕਿ ਇਹ ਬੜਾ ਅਹਿਮ ਹੈ ਸਮਝਣਾ। ਜੇ ਅਸੀਂ ਸਿੱਖ ਇਸ਼ੂ ਨੂੰ, ਔਰ ਇੱਕ ਬਦਕਿਸਮਤੀ ਦੀ ਗੱਲ ਹੈ ਕਿ ਵੀ ਅੱਜ ਇੱਕ ਪਾਸੇ ਤਾਂ ਡੇਰਾਵਾਦ ਦਾ ਪਸਾਰ ਹੈ, ਔਰ ਪੰਜਾਬ ਦੇ ਜੇ 12,300 ਪਿੰਡ ਨੇ, ਤੇ ਮੇਰਾ ਖਿਆਲ ਹੈ ਵੀ ਡੇਰੇ ਜਿਹੜੇ ਨੇ ਇਹਦੇ ਨਾਲ 3-4 ਜਰਬਾਂ ਦੇ ਲਓ ਤੇ ਇੰਨੇ ਕੁ ਬਣ ਜਾਂਦੇ ਨੇ। ਬਿਲਕੁਲ। ਔਰ ਕੋਈ ਡੇਰਾ ਐਸਾ ਨਹੀਂ ਹੈ ਜਿਹੜਾ ਉਸ ਡੇਰੇ ਨੂੰ ਸ਼ੁਰੂ ਕਰਨ ਵਾਲੇ ਸੰਤ ਦੀ, ਜਾਂ ਉਸ ਤੋਂ ਬਾਅਦ ਜਿਹੜੇ ਤਾਂ ਲੰਬੇ ਡੇਰੇ ਕਈ ਸਾਲ ਉਹਨਾਂ 'ਚ ਆਏ ਤੇ ਮਰ ਗਏ, ਉਹਨਾਂ ਦੀਆਂ ਵੀ ਬਰਸੀਆਂ ਜੇ 6 ਸੰਤ ਪਿਛਲੇ ਨੇ ਤੇ ਉਹਨਾਂ ਦਾ ਵੀ ਜਨਮ ਵੀ ਤੇ ਮਰਨ ਵੀ। ਉਹਨਾਂ ਦੇ ਕੈਲੰਡਰ ਦੇ ਵਿੱਚ ਬਹੁਤ ਸਾਰੇ ਡੇਰਿਆਂ ਦੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, 10ਵੇਂ ਪਾਤਸ਼ਾਹ ਦਾ ਜਾਂ 5ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਇਹ ਅਹਿਮੀਅਤ ਨਹੀਂ। ਸ਼ਰਮੋ ਸ਼ਰਮੀ ਕਈ ਵਾਰੀ ਉਹਨਾਂ ਕੋਲ ਨੂੰ ਰੱਖ ਦਿੰਦੇ ਨੇ, ਪਰ ਉਹਨਾਂ ਦੇ ਜਿਹੜੇ ਪੱਕੇ ਭੰਡਾਰੇ ਨੇ, ਹੁਣ ਬਾਕੀ ਤਾਂ ਹੁੰਦਾ ਆਮ ਹੋਇਆ ਜੀ ਕੱਚਾ, ਕੱਚੇ ਦਾ ਮਤਲਬ ਹੈ ਵੀ ਦਾਲ ਫੁਲਕਾ। ਪੱਕਾ ਭੰਡਾਰਾ ਫਿਰ ਜਿਹੜਾ ਖੀਰ ਪੂੜੀ ਤੇ ਜੋ ਮਾਲ ਪੂੜੇ ਤੇ ਜੋ ਹੈ ਉਹ ਫਿਰ ਆਪਣੇ ਉਹਨਾਂ ਦੀਆਂ ਸਾਧਾਂ ਦੀਆਂ ਬਰਸੀਆਂ ਤੇ ਹੀ ਹੁੰਦੇ ਨੇ ਜੀ। ਸੋ ਭਰਿਆ ਪਿਆ, ਤੁਸੀਂ ਇੱਥੇ ਵੀ ਦੇਖੋਗੇ ਜਦੋਂ ਵੀ ਇਸ ਕਿਸਮ ਦੀਆਂ ਬਰਸੀਆਂ ਹੁੰਦੀਆਂ, ਅਖਬਾਰਾਂ ਭਰੀਆਂ ਹੁੰਦੀਆਂ ਨੇ ਉਹ ਸਾਰੀਆਂ ਦੇ ਨਾਲ, ਐਡਾਂ ਦੇ ਨਾਲ ਔਰ ਦੂਸਰਿਆਂ ਦੇ ਨਾਲ। ਔਰ ਇਹਨਾਂ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਸਰ ਕਪੂਰ ਸਿੰਘ ਨੇ ਸਰਵ ਕੀਤਾ ਜੀ, ਮੈਂ ਸਮਝਦਾ ਕਿ ਵੀ ਬਾਰਿੰਗ ਕਿ ਵੀ ਕੁਝ ਥਾਵਾਂ ਦੇ ਉੱਤੇ ਕੋਈ ਆਰਟੀਕਲ ਹੋਏਗਾ ਜਾਂ ਕੁਛ ਹੈ, ਸਭ ਨੇ ਭੁਲਾਇਆ ਹੁੰਦਾ। ਔਰ ਇਹ ਉਹ ਅੰਜੀਮ ਸ਼ਖਸੀਅਤ ਹੈ ਜਿਨ੍ਹਾਂ ਦੀ ਪਿਕਚਰ ਸਕਰੀਨ ਦੇ ਉੱਤੇ ਸਾਡੇ ਦਰਸ਼ਕ ਦੇਖ ਰਹੇ ਨੇ ਜੀ, ਕਿ ਵੀ ਉਹਨਾਂ ਨੇ ਕਿਵੇਂ ਫਕੀਰਾਨਾ ਅੰਦਾਜ਼ ਦੇ ਵਿੱਚ ਜ਼ਿੰਦਗੀ ਜੀਵੀ। ਉਹਨਾਂ ਦੀ ਐਜੂਕੇਸ਼ਨ ਹਾਈਲੀ ਐਜੂਕੇਟਿਡ। ਉਹਨਾਂ ਦਾ ਜਨਮ 2 ਮਾਰਚ 1909 ਨੂੰ ਸਰਦਾਰ ਦਿਦਾਰ ਸਿੰਘ, ਉਹਨਾਂ ਦੇ ਪਿਤਾ ਨੇ ਪਿੰਡ ਚੱਕ, ਜ਼ਿਲ੍ਹਾ ਲੁਧਿਆਣਾ 'ਚ ਹੁੰਦਾ, ਪਰ ਉਹ ਲਾਇਲਪੁਰ ਦੇ ਵਿੱਚ ਹੀ ਰਹੇ, ਉੱਥੇ ਹੀ ਜ਼ਮੀਨ ਸੀ ਔਰ ਜੜ੍ਹਾਂਵਾਲਾ ਤਹਿਸੀਲ ਉਸ ਦੇ ਨਾਲ, ਉੱਥੇ ਹੀ ਉਹਨਾਂ ਨੇ ਐਜੂਕੇਸ਼ਨ ਲਈ। ਮਾਸਟਰ ਤਾਰਾ ਸਿੰਘ ਜਿਹੜਾ ਲਾਇਲਪੁਰ ਦੇ ਵਿੱਚ ਖਾਲਸਾ ਸਕੂਲ ਜਿਸ ਦੇ ਇਹ ਹੈਡਮਾਸਟਰ ਰਹੇ, ਉਹਨਾਂ ਦੇ ਥੱਲੇ ਵੀ ਉਹ ਪੜ੍ਹੇ। ਔਰ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਫਸਟ ਕਲਾਸ ਜਿਹੜਾ ਉਹ MA ਕੀਤਾ। ਇੰਗਲੈਂਡ ਆਏ, ਕੈਂਬਰਿਜ ਦੇ ਵਿੱਚ ਉਹਨਾਂ ਨੇ ਪਾਸ ਕੀਤਾ, ਜਿਹੜਾ ਆਪਣੀ ਗ੍ਰੈਜੂਏਸ਼ਨ ਕੀਤੀ। ਔਰ ਉਸ ਤੋਂ ਬਾਅਦ ICS ਪਾਸ ਕਰਕੇ ਭਾਰਤ ਆਇਆ। ਔਰ ਉਸ ਵੇਲੇ ਬਰਟਨ ਰਸਲ ਜਿਹੜੇ ਕੈਂਬਰਿਜ ਪੜ੍ਹਾਉਂਦੇ ਸੀ, ਉਹ ਉਹਨਾਂ ਦੀ ਵਿਦਵਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸਰ ਕਪੂਰ ਸਿੰਘ ਬਹੁਤ ਵੱਡੇ ਪੰਜਾਬੀ ਤੋਂ ਬਿਨਾਂ ਅਰਬੀ, ਫਾਰਸੀ, ਸੰਸਕ੍ਰਿਤ, ਇਹ ਸਭ ਦੇ ਵੀ ਸਕਾਲਰ ਸੀ। ਔਰ ਲਾਹੌਰ 'ਚ ਉਹਨਾਂ ਦਾ ਸੰਪਰਕ ਜਿਹੜਾ ਅਲਾਮਾ ਇਕਬਾਲ ਜਿਹੜੇ ਕਿ ਉਦੋਂ ਲਾਹੌਰ ਦੇ ਵਿੱਚ ਸਨ, ਉਹ ਪੜ੍ਹਾਉਂਦੇ ਵੀ ਸਨ। ਸੋ ਉਹਨਾਂ ਦੇ ਨਾਲ ਰਿਹਾ, ਉਹਨਾਂ ਦੇ ਐਡਮਾਇਰਰ ਵੀ ਰਹੇ। ਔਰ ਜਿਸ ਕਿਸਮ ਦੇ ਤੁਸੀਂ ਸਾਚੀ ਸਾਖੀ ਦੀ ਪੜ੍ਹਦੇ ਆ, ਔਰ ਮੈਂ ਰਿਕਮੈਂਡ ਕਰਾਂਗਾ ਕਿ ਹਰ ਸਿੱਖ ਜਿਹੜਾ ਵੀ ਸਮਝਣਾ ਚਾਹੁੰਦਾ ਵੀ ਸਾਡੀ ਸਮੱਸਿਆ ਕੀ ਹੈ, ਉਹ ਸਾਚੀ ਸਾਖੀ ਜ਼ਰੂਰ ਪੜ੍ਹੇ। ਔਰ ਉਹਦੇ 'ਚ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਅਲਾਮਾ ਇਕਬਾਲ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕੀਤਾ ਹੈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਜਦੋਂ ਇੰਗਲੈਂਡ 'ਚ ਜਾਂਦੇ ਆ ਸਮੁੰਦਰੀ ਜਹਾਜ਼ ਦੇ ਵਿੱਚ ਉਹਨਾਂ ਦਾ ਟਾਕਰਾ ਹੋਇਆ, ਮਿਲੇ। ਔਰ ਉਹਦੇ 'ਚ ਉਹਨਾਂ ਨੇ ਕਾਇਦੇ ਆਜ਼ਮ ਨੇ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ ਹੈ ਕਿ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ, ਪਰ ਸਿੱਖ ਆਪਣਾ ਮੂੰਹ ਜਿਹੜਾ ਹੈ ਉਹ ਹਿੰਦੂਆਂ ਵੱਲ ਰੱਖਦੇ ਨੇ। ਤੇ ਉਹਨਾਂ ਨੇ ਸਰ ਕਪੂਰ ਸਿੰਘ ਨੇ ਕਿਹਾ ਵੀ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਵੀ ਇਹ ਇਤਿਹਾਸਕ ਤੌਰ ਤੇ ਇਵੇਂ ਬਣ ਗਿਆ, ਇਹ ਰੂਹਾਨੀ ਨਹੀਂ ਹੈ। ਔਰ ਉਹਨਾਂ ਨੇ ਅੱਗੋਂ ਕਿਹਾ ਕਾਇਦੇ ਆਜ਼ਮ ਨੇ ਕਿ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਕਿ ਤੁਸੀਂ ਬੜੀ ਡੂੰਘੀ ਗੱਲ ਕੀਤੀ ਹੈ। ਔਰ ਉਹਨਾਂ ਨੇ ਫਿਰ ਸਾਚੀ ਸਾਖੀ 'ਚ ਵੇਰਵੇ ਦਿੱਤੇ ਨੇ ਕਿ ਕਿਵੇਂ ਕਾਇਦੇ ਆਜ਼ਮ ਦਾ ਵੀ ਐਫਰਟ ਸੀ
ਕਿ ਅਕਾਲੀ ਲੀਡਰਾਂ ਦੇ ਖਾਨੇ 'ਚ ਗੱਲ ਪਾਈ ਜਾਏ ਵੀ ਕਾਂਗਰਸ ਤੇ ਇਤਬਾਰ ਨਾ ਕਰੋ। ਉਹਨਾਂ ਦੀ ਆਪਣੀ ਆਫਰ ਵੀ ਸੀ, ਅੰਗਰੇਜ਼ਾਂ ਦੀ ਆਫਰ ਵੀ ਸੀ, ਪਰ ਮੈਂ ਸਮਾਂ ਸੀਮਾ ਵੱਲ ਵੀ ਦੇਖ ਰਿਹਾ, ਮੈਂ ਬਹੁਤ ਡੀਟੇਲ 'ਚ ਨਹੀਂ ਜਾ ਸਕਦਾ। ਔਰ ਇਹ ਸਾਰੇ ਚੋਂ ਸਰ ਕਪੂਰ ਸਿੰਘ ਹੋਰਾਂ ਦੀ ਜਦੋਂ ਅਸੀਂ ਕਿਵੇਂ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਹੁੰਦੇ ਆ, ਜਦੋਂ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਇਹ ਸਰਕੂਲਰ ਆਇਆ ਚੰਦੂ ਲਾਲ ਤ੍ਰਿਵੇਦੀ, ਨਹਿਰੂ ਔਰ ਇਹ ਸਾਰੇ ਦਾ ਪਟੇਲ ਹੋਮ ਮਿਨਿਸਟਰ, ਤੇ ਸਰ ਕਪੂਰ ਸਿੰਘ ਨੇ ਚੈਲੰਜ ਕੀਤਾ। ਉਹਦੀ ਸਜ਼ਾ ਉਹਨਾਂ ਨੂੰ ਜਿਹੜੀ ਹੈ ਉਹ ਬਰਤਰਫ ਕਰਕੇ ਦਿੱਤੀ ਗਈ ਔਰ ਉਹਨਾਂ ਨੇ ਫਿਰ ਇਹ ਆਪਣੀ ਇਹ ਆਲਮੋਸਟ ਜਿਹਨੂੰ ਤੁਸੀਂ ਪ੍ਰੋਫੈਸੀ ਕੀਤੀ ਕਿ ਭਾਈ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿਖੜੇ ਕਾ, ਕਿ ਭਾਈ ਇਹ ਹੁਣ ਇਹਨਾਂ ਦਾ ਰਾਜ ਹੈ ਔਰ ਇਹ ਤਿਕੜੀ ਨਹਿਰੂ, ਪਟੇਲ ਔਰ ਤ੍ਰਿਵੇਦੀ। ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਕੇਸ ਲੜਿਆ ਸੁਪਰੀਮ ਕੋਰਟ, ਜੋ ਅੱਜ ਸੁਪਰੀਮ ਕੋਰਟ ਜੁਡੀਸ਼ਰੀ ਦਾ ਹਿੰਦੂਤਵਾ ਬਣਿਆ, ਉਦੋਂ ਸਾਹਮਣੇ ਆ ਗਿਆ ਸੀ। ਔਰ ਫਿਰ ਉਹ ਪੋਲੀਟੀਕਲ ਅਰੀਨਾ 'ਚ ਵੀ ਆਏ। 1962 'ਚ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਔਰ ਉਸ ਪੀਰੀਅਡ 'ਚ ਚੀਨ ਦੇ ਨਾਲ ਟੱਕਰ ਹੋਈ। ਔਰ ਫਿਰ ਉਹਨਾਂ ਨੇ ਜਿਵੇਂ ਨਹਿਰੂ ਨੂੰ ਉਹਨਾਂ ਦੀਆਂ ਜਿਹੜੀਆਂ ਸਪੀਚਸ ਸੀ ਪਾਰਲੀਮੈਂਟ ਦੇ ਵਿੱਚ ਉਹ ਰਿਮਾਰਕੇਬਲ ਹੁੰਦੀਆਂ ਸੀ, ਨਹਿਰੂ ਨੂੰ ਉਹਨਾਂ ਨੇ ਚੈਲੰਜ ਕੀਤਾ ਔਰ 64 'ਚ ਨਹਿਰੂ ਮਰ ਗਏ। ਔਰ ਇਧਰ ਸਰ ਕਪੂਰ ਸਿੰਘ ਦਾ ਡਿਸਟਿੰਗੁਇਸ਼ਡ ਕਰੀਅਰ ਜਿਹੜਾ ਐਜ਼ ਏ ਪਾਰਲੀਮੈਂਟੇਰੀਅਨ ਵੀ, ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਉਣ ਦੇ ਲਈ ਪੰਜਾਬ ਰੀਆਰਗੇਨਾਈਜੇਸ਼ਨ ਬਿੱਲ ਪੇਸ਼ ਹੋਇਆ, ਨੰਦੇ ਨੇ ਕੀਤਾ, ਗੁਲਜ਼ਾਰੀ ਲਾਲ ਨੰਦੇ ਨੇ, ਔਰ ਉਹਨਾਂ ਦੀ ਸਪੀਚ ਜਿਹਦੇ 'ਚ ਉਹਨਾਂ ਨੇ ਇਹਨੂੰ ਰੋਟਨ ਐਗ ਕਿਹਾ ਕਿ ਇਹ ਸੜਿਆ ਅੰਡ ਹੈ, ਗੰਦਾ ਅੰਡ ਹੈ ਔਰ ਇਹ ਕਿਵੇਂ ਬੇਈਮਾਨੀ ਹੈ। ਔਰ ਉਹਨਾਂ ਦੀਆਂ ਉਹ ਸਪੀਚਸ ਸਾਚੀ ਸਾਖੀ ਦੇ ਦਾ ਜਿਹੜਾ ਉਹ ਉਸ ਦੀ ਬੈਕ ਦੇ ਉੱਤੇ ਐਜ਼ ਐਨ ਐਕਸਟਰ ਲੱਗੀਆਂ ਹੋਈਆਂ ਨੇ। ਔਰ ਉਹਨਾਂ ਨੇ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ ਦੋਨਾਂ ਅਕਾਲੀ ਦਲਾਂ ਦਾ ਉਹਨਾਂ ਨੇ ਮੇਲ ਵੀ ਕਰਵਾਇਆ, ਡਾਕੂਮੈਂਟ ਉਹਨਾਂ ਨੇ ਜਿਹੜੇ ਵੀ ਅਨੰਦਪੁਰ ਸਾਹਿਬ ਦਾ ਮਤਾ ਹੋਏ, ਸਿੱਖ ਹੋਮਲੈਂਡ ਦਾ ਮਤਾ ਜਿਹੜਾ ਨਲਵਾ ਕਾਨਫਰੰਸ ਲੁਧਿਆਣਾ 'ਚ ਪਾਸ ਹੋਇਆ, ਇਸ ਤੋਂ ਇਲਾਵਾ ਫਿਰ ਜਿਹੜਾ ਆਪਸੀ ਦੋਨੋਂ ਅਕਾਲੀ ਦਲਾਂ ਦਾ ਮਰਜਰ ਹੋਇਆ ਉਹਦੇ 'ਚ ਵੀ ਉਹਨਾਂ ਨੇ ਖਾਲਸਾ ਜੀ ਦਾ ਜਿਹੜਾ ਰਾਜਸੀ ਨਿਸ਼ਾਨਾ ਅਕਾਲੀ ਦਲ ਦਾ, ਖਾਲਸਾ ਜੀ ਕੇ ਬੋਲ ਬਾਲੇ ਔਰ ਇਸ ਦੇ ਲਈ ਲੋੜੀਂਦਾ ਦੇਸ਼ ਕਾਲ ਘੜਨਾ, ਇਹ ਉਹਨਾਂ ਨੇ ਲਿਖਿਆ। ਔਰ ਇਸ ਸਾਰੇ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਵੀ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਸਿੱਖ ਹੋਮਲੈਂਡ ਦੇ ਲਈ ਜਿਹੜਾ ਉਹ ਮਰਨ ਵਰਤ ਰੱਖਿਆ 74 ਦਿਨ ਔਰ ਉਹਨਾਂ ਨੇ ਸ਼ਹੀਦੀ ਦਿੱਤੀ। ਉਦੋਂ ਸਰ ਕਪੂਰ ਸਿੰਘ ਫਿਰ 1966-67 ਦੇ ਵਿੱਚ ਜਿਹੜੇ ਨੇ MLA ਬਣੇ ਸਨ ਸਮਰਾਲਾ ਹਲਕੇ ਤੋਂ, ਉਹਦੇ 'ਚ ਜਿਹੜਾ ਉਹਨਾਂ ਨੇ ਯਾਦਗਾਰੀ ਭਾਸ਼ਣ ਦਿੱਤਾ ਹੈ ਪੰਜਾਬ ਅਸੈਂਬਲੀ 'ਚ। ਫੇਰੂਮਾਨ ਨੂੰ ਜਿਹੜਾ ਉਹਨਾਂ ਨੇ ਟ੍ਰਿਬਿਊਟ ਦਿੰਦਿਆਂ ਇਹ ਕਿਹਾ ਕਿ ਭਾਈ ਇਹ ਜਿਹੜਾ ਮੈਂ ਇਸ ਸ਼ਹੀਦ ਮਰਦ ਸਿੰਘਾਊ ਜਜ਼ਬੇ ਨਾਲ ਭਰਪੂਰ ਇਸ ਸਿੱਖ ਨੂੰ ਅੱਜ ਇੱਥੇ ਨਮਸਕਾਰ ਕਰਦਾ ਹਾਂ ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ। ਔਰ ਇਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਕਿ ਵੀ 1973 'ਚ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕੀਤਾ ਉਹ ਵੀ ਉਹਨਾਂ ਦਾ ਲਿਖਿਆ ਸੀ। 13 ਅਪ੍ਰੈਲ 1978 ਨੂੰ 13 ਸਿੰਘ ਸ਼ਹੀਦ ਨਰਕਧਾਰੀਆਂ ਨੇ ਕੀਤੇ ਔਰ ਉਸ ਦੇ ਲਈ ਜਿਹੜੇ ਜਵਾਬ 'ਚ 10 ਜੂਨ 1978 ਨੂੰ ਜਿਹੜਾ ਹੁਕਮਨਾਮਾ ਨਰਕਧਾਰੀਆਂ ਦੇ ਖਿਲਾਫ ਆਇਆ ਉਸ ਦੇ ਉੱਤੇ ਵੀ ਸਰਦਾਰ ਕਪੂਰ ਸਿੰਘ ਦੀ ਮੋਹਰ ਛਾਪ ਹੈ। ਔਰ ਇਸ ਦੇ ਬਾਰੇ ਜਿਹੜਾ ਵਾਈਟ ਪੇਪਰ ਸ਼੍ਰੋਮਣੀ ਕਮੇਟੀ ਨੇ ਉਹ ਵੀ ਇਹਨਾਂ ਨੂੰ ਲਿਖਣ ਨੂੰ ਕਿਹਾ ਸਰਦਾਰ ਸਾਹਿਬ ਨੂੰ, ਦੇ ਮੈਸੈਕਰ 6 ਵਾਈਟ ਪੇਪਰ ਬਾਈ ਸਿੱਖ ਰਿਲੀਜੀਅਸ ਪਾਰਲੀਮੈਂਟ, ਇਹ ਵੀ ਸਰਦਾਰ ਕਪੂਰ ਸਿੰਘ ਦੀ ਲਿਖਤ ਹੈ। ਔਰ ਜਿਹੜੇ ਉਹਨਾਂ ਦੀਆਂ ਲਿਖਤਾਂ ਅੱਡ-ਅੱਡ ਉਸ ਵੇਲੇ ਦੇ ਜਿਹੜੇ ਪ੍ਰਮੁੱਖ ਰਸਾਲੇ ਅਖਬਾਰਾਂ ਦੇ ਵਿੱਚ ਛਪਦੀਆਂ ਰਹੀਆਂ ਔਰ ਜਿਹੜੀਆਂ ਉਹਨਾਂ ਦੀਆਂ ਅਦਰਵਾਈਜ਼ ਬੜੀਆਂ ਫਿਲਸੋਫੀਕਲ ਰਚਨਾਵਾਂ ਨੇ ਉਹਨਾਂ ਦੇ ਵਿੱਚ ਪ੍ਰਾਸ਼ਰ ਪ੍ਰਸ਼ਨਾ, ਇਹ ਜਿਹੜਾ ਇੱਕ ਬੜੀ ਡੂੰਗੀ ਫਿਲਾਸਫੀ ਦੀ ਪੁਸਤਕ ਹੈ। ਹਸ਼ੀਸ਼ ਇਹ ਕਵਿਤਾਵਾਂ ਦੀ ਪੁਸਤਕ ਹੈ। ਸਪਤ ਸ਼੍ਰਿੰਗ, ਬਹੁ ਵਿਸਥਾਰ, ਪੁੰਡਰੀਕ, ਮਨਸੂਰ ਅਲ ਹਲਾਲ, ਸਿੱਖਿਜ਼ਮ ਫॉर ਮਾਡਰਨ ਮੈਨ, ਮੀ ਜੂਡਿਸ, ਸੈਕਰਡ ਰਾਈਟਿੰਗਸ ਆਫ ਦਾ ਸਿੱਖਸ, ਜਿਹਨੂੰ ਕਿ ਯੂਨੈਸਕੋ ਨੇ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਹੈ ਉਸ ਨੂੰ ਪਬਲਿਸ਼ ਕੀਤਾ ਸੀ। ਕੰਟਰੀਬਿਊਸ਼ਨਸ ਆਫ ਗੁਰੂ ਨਾਨਕ, ਦੀ ਆਵਰ ਆਫ ਸੌਰਡ ਕਿ ਤਲਵਾਰ ਦਾ ਵੇੜਾ, ਗੁਰੂ ਅਰਜਨ ਐਂਡ ਹਿਸ ਸੁਖਮਣੀ ਆਦਿ ਇਹ ਸ਼ਾਮਲ ਨੇ। ਫਿਰ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਸੈਮੀਨਾਰਾਂ ਦੀ ਇੱਕ ਲੜੀ ਕਿ ਖਾਲਿਸਤਾਨ ਵਾਈ ਨਾਟ, ਕਿ ਕਿਉਂ ਨਹੀਂ, ਔਰ ਉਹਨਾਂ ਨੂੰ ਉਹਨੇ ਪ੍ਰੀਜ਼ਾਈਡ ਕੀਤਾ। ਇਹ ਸਾਰਾ ਉਦੋਂ ਜੇ 1984 ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ। ਔਰ ਜਿਹੜੀ ਮੈਂ ਜਿਵੇਂ ਕਿਹਾ ਹੀ ਹੈ ਵੀ ਸੰਤ ਪਿੰਡਰਾਂ ਵਾਲਿਆਂ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਸੀ, ਉਹਨਾਂ ਨੇ ਉਹਨਾਂ ਦੇ ਸਿਦਕ ਸਿਰੜ ਦੀ ਤਾਰੀਫ ਕੀਤੀ ਪਰ ਉਹਨਾਂ ਨੇ ਨਾਲ ਹੀ ਕਿਹਾ ਕਿ ਜੇ ਅਕਾਲੀਆਂ ਨੇ ਉਹਨਾਂ ਦਾ ਜਿਵੇਂ ਕਿਉਂਕਿ ਵੱਡੇ ਸਨ, ਉਹ ਕਹਿੰਦੇ ਸੀ ਜਰਨੈਲ ਸਿੰਘ ਇਮਾਨਦਾਰ ਹੈ ਪਰ ਇਹ ਅਕਾਲੀਆਂ ਨੇ ਇਹਨੂੰ ਮਰਵਾ ਦੇਣਾ ਔਰ ਇਹ ਜਦੋਂ ਤੱਕ ਤੁਸੀਂ ਇਹਨਾਂ ਦਾ ਅਕਾਲੀਆਂ ਦਾ ਫਾਹ ਨਹੀਂ ਵੱਢਦੇ ਉਦੋਂ ਤੱਕ ਸਿੱਖਾਂ ਦਾ ਕੁਝ ਨਹੀਂ ਬਣਨਾ। ਔਰ ਅਖੀਰਲੇ ਦਿਨਾਂ 'ਚ ਜਦੋਂ ਉਹ
ਖੁਦ ਵੀ ਫਾਲੇਜ ਪੈਰਾਲਿਸਿਸ ਦਾ ਸ਼ਿਕਾਰ ਸਨ ਔਰ ਇਧਰ ਇਹ ਪਾਣਾ ਜੂਨ 84 ਨਵੰਬਰ 84 ਵਾਪਰਿਆ ਤੇ ਉਹ ਬਹੁਤ ਵੈਰਾਗ ਦੇ ਵਿੱਚ, ਜਿੰਨੀ ਵੀ ਲਾਸਟ ਮੀਟਿੰਗਸ ਮੇਰੀਆਂ ਉਹਨਾਂ ਦੇ ਨਾਲ ਸੀ, ਅੱਖਾਂ 'ਚ ਉਹਨਾਂ ਦੇ ਹੰਝੂ ਤ੍ਰਿਪ ਵਗਦੇ ਸੀ। ਪਰ ਇਹਦੇ ਬਾਵਜੂਦ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਭਾਈ ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿੱਗੇ ਹੋਈਏ, 10ਵੇਂ ਪਾਤਸ਼ਾਹ ਨੇ ਪੰਥ ਨੂੰ ਕੱਢ ਲੈਣਾ। ਉਹਨਾਂ ਦਾ ਇਹ ਪੰਥ ਨਾਲ ਇਕਰਾਰਨਾਮਾ ਹੈ ਕਿ ਪੰਥ ਖਾਲਸਾ ਖੇਤੀ ਮੇਰੀ, ਹੋਂ ਸੰਭਾਲ ਕਰੋ ਤਿਸ ਕੇਰੀ। ਸੋ ਅੱਜ ਜਿੱਥੇ ਇਹ ਪ੍ਰੋਗਰਾਮ ਅਸੀਂ ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ, ਉੱਥੇ 30 ਮਿਲੀਅਨ ਸਿੱਖ ਕੌਮ ਇਹ ਸਵਾਲ ਜ਼ਰੂਰ ਪੁੱਛੇ ਆਪਣੇ ਆਪ ਤੋਂ ਕਿ ਭਾਈ ਇੰਨੀ ਕੁਰਬਾਨੀ ਤੋਂ ਬਾਅਦ ਔਰ ਵਿਸਾਖਾਤਾਂ ਦਾ ਪੂਰਾ ਦੌਰ ਦੇਖਣ ਤੋਂ ਬਾਅਦ ਵੀ ਹੁਣ ਅਸੀਂ ਕਿਸ ਚੀਜ਼ ਦੇ ਇੰਤਜ਼ਾਰ ਕਰ ਰਹੇ ਹਾਂ। ਜਿਹੜਾ ਰੰਧਾਵਾ ਸਾਹਿਬ ਨੇ ਅਨੰਦਪੁਰ ਦੇ ਮਤੇ ਦਾ ਪੁੱਛਿਆ ਸੀ, ਇਹ ਧਰਮ ਯੁੱਧ ਮੋਰਚੇ ਦੀ ਮੁੱਖ ਮੰਗ ਅਨੰਦਪੁਰ ਦਾ ਮਤਾ ਹੀ ਸੀ। ਉਹ ਮੰਗ ਜੂਨ 84 ਤੱਕ ਸੀ। ਹੁਣ ਉਹ ਇੱਕ ਇਤਿਹਾਸਕ ਦਸਤਾਵੇਜ਼ ਹੈ, ਸਾਡੀ ਖਾਲਿਸਤਾਨ ਦੀ ਸਟਰਗਲ ਨੂੰ ਜਸਟੀਫਾਈ ਕਰਦਾ ਹੈ ਕਿ ਅਸੀਂ ਹਰ ਯਤਨ ਕੀਤਾ ਕਿ ਅਸੀਂ ਇੰਡੀਅਨ ਯੂਨੀਅਨ ਦੇ ਨਾਲ ਕੋਐਗਜ਼ਿਸਟ ਕਰ ਸਕੀਏ, ਪਰ ਉਹਨਾਂ ਨੇ ਜਦੋਂ ਸਾਡਾ ਅਕਾਲ ਤਖਤ, ਸਾਡਾ ਹਰਮੰਦਰ ਔਰ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ, ਸੋ ਉਸ ਤੋਂ ਬਾਅਦ ਸਪਸ਼ਟਤਾ ਨਾਲ ਜਿਹੜਾ ਖਾਲਿਸਤਾਨ ਦਾ ਨਿਸ਼ਾਨਾ ਉੱਭਰ ਕੇ ਆਇਆ। ਸੋ ਹੁਣ ਉਹਦੀ ਹਿਸਟੋਰੀਕਲ ਇੰਪੋਰਟੈਂਸ ਜ਼ਰੂਰ ਹੈ, ਪਰ ਸਾਡਾ ਨਿਸ਼ਾਨਾ ਜਿਹੜਾ ਹੈ ਉਹ ਖਾਲਿਸਤਾਨ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖ ਧਰਮ ਆਪਣੇ ਆਜ਼ਾਦ ਵਿਰਸੇ ਦੇ ਨਾਲ ਆਪਣੀ ਹੋਂਦ ਉਹ ਸਾਊਥ ਏਸ਼ੀਆ 'ਚ ਕਾਇਮ ਨਹੀਂ ਰੱਖ ਸਕਦਾ। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਔਰ ਇਸ ਨੂੰ ਨਿਸ਼ਚੈਵਾਚਕ ਸੱਚ ਦੇ ਤੌਰ ਤੇ ਹੀ ਸਾਨੂੰ ਜਾਣਨਾ ਚਾਹੀਦਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ 20ਵੀਂ ਸਦੀ ਦੇ ਮਹਾਨ ਸਿੱਖ, ਮਹਾਨ ਫਿਲਾਸਫਰ ਸਰਦਾਰ ਕਪੂਰ ਸਿੰਘ ਦੀ 31ਵੀਂ ਬਰਸੀ ਮੌਕੇ ਆਪਣੇ ਵਿਚਾਰ ਦਿੱਤੇ ਨੇ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਦੱਸ ਦਈਏ, ਵੀਅਰਸ ਅਪੀਲ ਕਰੀਏ, ਬੇਨਤੀ ਕਰੀਏ, ਗੁਜ਼ਾਰਿਸ਼ ਕਰੀਏ ਕਿ ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰੇਕਿੰਗ ਜੋਨ ਬਣ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ। 36-0137 Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 516-406-0694। ਥੈਂਕ ਯੂ ਸੋ ਮਚ ਵੀਅਰਸ। ਉਸ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।